ਗੁੱਡ ਮਾਰਨਿੰਗ ਸੰਗਤ। ਲਾਈਵ ਪ੍ਰੋਗਰਾਮ ਦੇਖ ਰਹੇ ਦੇਸ਼ ਵਿਦੇਸ਼ ਬੈਠੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਗਗਨਦੀਪ ਸਿੰਘ ਅਨੰਦਪੁਰੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਬੁੱਧਵਾਰ 22 ਦਸੰਬਰ 2021 ਤੇ ਦੇਸੀ ਮਹੀਨੇ ਦੀ 8 ਪੋਹ ਨਾਨਕਸ਼ਾਹੀ ਦੇ ਹਿਸਾਬ ਦੇ ਨਾਲ 2021 ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਾਡਾ ਲਾਈਵ ਪ੍ਰੋਗਰਾਮ ਹੈ। ਇਸ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਹੇਠਾਂ ਦਿੱਤੇ ਸਕਰੀਨ ਤੇ ਨੰਬਰਾਂ ਤੇ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੇ ਵਡਮੁੱਲੇ ਵਿਚਾਰ ਦੇ ਸਕਦੇ ਹੋ ਤੇ ਜਿਹੜੇ ਆਪਣੇ ਸਵਾਲ ਵੀ ਲੈ ਸਕਦੇ ਹੋ। ਦੋਸਤੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਇਹ ਪੋਹ ਦਾ ਮਹੀਨਾ ਚੱਲਦਾ ਪਿਆ। ਅੱਜ 8 ਪੋਹ ਦਾ ਦਿਨ ਹੈ ਤੇ ਇਸੇ ਪ੍ਰੋਗਰਾਮ ਦੇ ਵਿੱਚ ਆਪਣੇ ਦਰਸ਼ਕਾਂ ਦੇ ਨਾਲ ਅਸੀਂ ਜਾਣਕਾਰੀ ਸਾਂਝੀ ਕੀਤੀ ਸੀ ਕਿ ਸ਼ਹੀਦੀ ਪੰਦਰਵਾੜੇ ਜਿਹੜੇ ਸ਼ੁਰੂ ਹੋ ਗਏ ਨੇ। ਪੰਦਰਵਾੜੇ ਜੋ 15 ਦਿਨਾਂ ਤੋਂ ਲਗਾਤਾਰ ਗੁਰਮਤਿ ਸਮਾਗਮ ਚੱਲਦੇ ਨੇ ਤੇ ਉਹ ਸ਼ਹੀਦੀ ਪੰਦਰਵਾੜੇ ਜਿਹੜੇ ਨੇ ਉਹ ਆਰੰਭ ਹੋ ਚੁੱਕੇ ਨੇ ਤੇ ਅਲੱਗ-ਅਲੱਗ ਗੁਰਦੁਆਰਿਆਂ ਦੇ ਵਿੱਚ ਜਿਹੜੇ ਆ ਉਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜਿਹੜੇ ਆ ਕੀਰਤਨ ਦਰਬਾਰ, ਰੂਹਾਨੀ ਕੀਰਤਨ ਦਰਬਾਰ ਕਰਵਾਏ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਇਤਿਹਾਸਕਾਰ ਕਥਾ ਸੁਣਾਉਂਦੇ ਨੇ, ਰਾਗੀ ਸਿੰਘ ਰਸ ਭਿੰਨਾ ਕੀਰਤਨ ਕਰਦੇ ਨੇ, ਢਾਡੀ ਵਾਰਾਂ ਦੇ ਨਾਲ ਜਿਹੜੀਆਂ ਉਸ ਯੋਧਿਆਂ ਦੀਆਂ ਇਤਿਹਾਸ ਨੂੰ, ਵਡਮੁੱਲੇ ਇਤਿਹਾਸ ਨੂੰ ਜਿਹੜਾ ਆ ਉੱਥੇ ਸੁਣਾਇਆ ਜਾਂਦਾ ਹੈ, ਵਿਚਾਰਿਆ ਜਾਂਦਾ ਆ। ਤੇ ਤੁਹਾਨੂੰ ਦੱਸ ਦਈਏ ਕਿ ਜਿਵੇਂ ਸਭ ਤੋਂ ਪਹਿਲਾਂ 6 ਪੋਹ ਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ, ਉਸ ਤੋਂ ਬਾਅਦ ਚੋਂ 7 ਪੋਹ ਨੂੰ ਜਿਹੜਾ ਸਰਸਾ ਨਦੀ ਤੇ ਵਿਛੋੜਾ ਹੋਇਆ ਸੀ ਤੇ 8 ਪੋਹ ਨੂੰ ਜਿਹੜਾ ਆ ਵੱਡੇ ਸਾਹਿਬਜ਼ਾਦਿਆਂ ਦੀ ਜਿਹੜੀ ਆ ਉਹ ਸ਼ਹਾਦਤ ਹੋ ਗਈ ਸੀ। ਤੇ ਅੱਜ ਦਾ ਜੋ ਇਤਿਹਾਸਕ ਦਿਨ ਹੈ, 8 ਪੋਹ ਦਾ ਦਿਨ ਹੈ, ਉਹ ਵੱਡੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਦਾ ਦਿਨ ਮੰਨਿਆ ਜਾਂਦਾ ਹੈ। ਹੋ ਸਕਦਾ ਕਿ ਸਾਡਾ ਪ੍ਰੋਗਰਾਮ ਜਿਹੜਾ ਇਹ ਥੋੜ੍ਹਾ ਅਗਲੇਰਾ ਹੋਵੇ ਤੇ ਦਿਨ ਥੋੜ੍ਹੇ ਜਿਹੇ ਮੈਚ ਨਾ ਕਰਦੇ ਹੋਣ, ਕਿਉਂਕਿ ਇਹ ਲਾਈਵ ਪ੍ਰੋਗਰਾਮ ਹੈ, ਇਸ ਕਰਕੇ ਇਹ ਵਿਦੇਸ਼ਾਂ ਦੇ ਵਿੱਚ ਵੀ ਟੈਲੀਕਾਸਟ ਕੀਤਾ ਜਾਂਦਾ ਹੈ। ਸੋ ਅੱਜ ਦਾ ਦਿਨ ਜਿਹੜਾ 8 ਪੋਹ ਦਾ ਦਿਨ ਹੈ ਉਹ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਦਿਨ ਹੈ ਕਿ ਜਿਵੇਂ ਚਮਕੌਰ ਦੀ ਗੜੀ ਦੇ ਵਿੱਚ 40 ਸਿੰਘਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਸਨ ਤੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਜੀ ਸੀ ਸੰਗ। ਤੇ ਇੱਕ ਇਤਿਹਾਸ ਦੇ ਖਰੜਿਆਂ ਚੋਂ ਮਿਲਦਾ ਆ ਕਿ 40 ਸਿੰਘਾਂ ਦੇ ਨਾਲ 2 ਸਿੰਘ ਬੀਬੀਆਂ ਵੀ ਜਿਹੜੀਆਂ ਉੱਥੇ ਉਪਸਥਿਤ ਸਨ, ਜਿਵੇਂ ਬੀਬੀ ਹਰਸ਼ਰਨ ਕੌਰ ਤੇ ਉਹਨਾਂ ਦੀ ਸਾਥੀ ਦਾ ਜਿਹੜਾ ਜ਼ਿਕਰ ਕੀਤਾ ਜਾਂਦਾ ਹੈ। ਤੇ ਕਿਸੇ ਸ਼ਾਇਰ ਨੇ ਬੜੇ ਹੀ ਬਾਕਮਾਲ ਜਿਹੜੇ ਨੇ ਉਹ ਸ਼ਬਦ ਲਿਖੇ ਨੇ, ਸੁਣ ਕਲਗੀ ਵਾਲਿਆ ਵੇ ਕਿੱਥੇ ਲਾਲਾਂ ਦੇ ਨੇ ਜੋੜੇ, ਮਾਂ ਗੁਜਰੀ ਦਿਸਦੀ ਨਾ ਕਿਵੇਂ ਪਾਏ ਉਹਨਾਂ ਵਿਛੋੜੇ। ਤੇ ਇਹ ਪਤਾ ਨਹੀਂ ਆ ਕਿ ਉਸ ਵੇਲੇ ਜਿਹੜੀ ਇਹ ਘਟਨਾ ਵਿਆਪੀ ਸੀ ਤੇ ਇਹ ਸਾਰੀ ਘਟਨਾ ਨੂੰ ਜਦੋਂ ਅਸੀਂ ਇਸ ਨੂੰ ਯਾਦ ਕਰਦੇ ਹਾਂ ਤੇ ਸਾਡੀਆਂ ਅੱਖਾਂ ਦੇ ਨਮ ਹੋ ਜਾਂਦੀਆਂ ਨੇ ਤੇ ਸਾਡਾ ਦਿਲ ਭਰ ਆਉਂਦਾ ਆ ਕਿ ਉਹ ਹੱਸਦਾ ਵਸਦਾ ਪਰਿਵਾਰ ਜੋ ਅਨੰਦਪੁਰ ਸਾਹਿਬ ਇੱਕ ਕਿਲੇ ਦੇ ਵਿੱਚ ਆਪਣੇ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਰਹਿੰਦੇ ਸਨ। ਬਾਬਾ ਅਜੀਤ ਸਿੰਘ ਜੀ ਸੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਸਾਹਿਬ ਕੌਰ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ। ਹੱਸਦਾ ਵਸਦਾ ਪਰਿਵਾਰ ਕਿਸ ਤਰ੍ਹਾਂ ਸਮੇਂ ਦੀ ਨਜ਼ਾਕਤ ਨੂੰ ਸਮਝਦਾ ਹੋਇਆ, ਕਿਸ ਤਰ੍ਹਾਂ ਖੇਰੂ ਖੇਰੂ ਹੋਇਆ। ਜਦੋਂ ਅਸੀਂ ਇਸ ਇਤਿਹਾਸ ਨੂੰ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ ਤਾਂ ਸਾਡਾ ਮਨ ਭਰ ਆਉਂਦਾ, ਅੱਖਾਂ ਭਰ ਆਉਂਦੀਆਂ ਨੇ ਤੇ ਇਹ ਜਿਹੜਾ ਆ ਵਿਛੋੜਾ ਸਾਡੇ ਤੋਂ ਸਹਿ ਨਹੀਂ ਹੁੰਦਾ। ਸੋ ਅਸੀਂ ਅੱਜ ਇਸ ਹੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਇਹ ਪ੍ਰੋਗਰਾਮ ਕਰਾਂਗੇ ਤੇ ਅੱਜ ਦੇ ਮੁੱਖ ਮਹਿਮਾਨ ਸਾਡੇ ਡਾਕਟਰ ਖੁਸ਼ਹਾਲ ਸਿੰਘ ਜੀ ਨੇ, ਉਹਨਾਂ ਦੇ ਨਾਲ ਅਸੀਂ ਵਿਚਾਰਾਂ ਕਰਾਂਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜਿਸ ਤਰ੍ਹਾਂ ਗਗਨ ਜੀ ਤੁਸੀਂ ਕਿਹਾ ਆ ਕਿ ਸਾਡਾ ਜਿਹੜਾ ਇਹ ਪੰਦਰਵਾੜਾ ਆ, ਇਹ ਪੰਦਰਵਾੜਾ ਸ਼ਹੀਦੀ ਪੰਦਰਵਾੜੇ ਵਜੋਂ ਹੀ ਮਨਾਇਆ ਜਾਂਦਾ ਆ। ਹਾਂਜੀ। ਤੇ ਇਹ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜਿਸ ਤਰ੍ਹਾਂ ਅਨੰਦਪੁਰ ਸਾਹਿਬ ਦੇ ਵਿਛੋੜ ਜਿਹੜਾ ਆ ਉਹ ਕਿਲ੍ਹਾ ਛੱਡਣ ਦੇ ਤੋਂ ਬਾਅਦ ਜਿਹੜਾ ਆ ਇਹ ਸਾਰਾ ਪੰਦਰਵਾੜਾ ਸ਼ੁਰੂ ਹੁੰਦਾ ਆ। ਤੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਨੰਦਪੁਰ ਸਾਹਿਬ 'ਚ ਇੱਕ ਕਿਲ੍ਹਾ ਨਹੀਂ, 5 ਕਿਲ੍ਹੇ ਗੁਰੂ ਸਾਹਿਬ ਜੀ ਨੇ ਬਣਾਏ ਸੀ। ਹਾਂਜੀ। ਤੇ ਉਹ 5 ਕਿਲ੍ਹੇ ਬਹੁਤ ਵੱਡਾ ਉੱਥੇ ਫੌਜੀ ਜਿਹੜਾ ਆ ਉਹ ਫੌਜੀ ਜੰਗੀ ਤਿਆਰੀਆਂ ਦਾ ਇੱਕ ਉਹ ਗੜ੍ਹ ਸੀਗਾ ਜਿੱਥੇ ਸਿੱਖਾਂ ਨੂੰ ਸਿਖਲਾਈ ਦਿੱਤੀ ਆਉਣ ਵਾਲੇ ਸਮੇਂ ਦੇ। ਤੇ ਉਹ ਸਾਰਾ ਕੁਛ ਇਤਿਹਾਸ ਦਾ ਇੱਕ ਹਿੱਸਾ ਆ। ਸਟੇਟ ਦਾ ਬਿਹੇਵੀਅਰ ਕਿਵੇਂ ਦਾ ਹੁੰਦਾ ਆ, ਅਸੀਂ ਇੱਕ ਤਾਂ ਇਤਿਹਾਸ ਦਾ ਹਿੱਸਾ ਹੈ ਕਿ ਉੱਥੇ ਜੋ ਜੋ ਹੋਇਆ ਉਹ ਹੈ ਗਗਨ ਜੀ। ਦੂਜਾ ਕਿ ਹਿਊਮਨ ਬੀਇੰਗ ਜਿਹੜਾ ਬਿਹੇਵੀਅਰ ਹੈ ਉਹ ਕਿਸ ਤਰ੍ਹਾਂ ਵਰਕ ਕਰਦਾ ਆ।
ਸਟੇਟ ਦਾ ਕੀ ਜਿਹੜਾ ਆ ਉਹ ਬਿਹੇਵੀਅਰ ਹੁੰਦਾ ਆ, ਕਿਸ ਤਰ੍ਹਾਂ ਉਹ ਜਿਹੜੇ ਆ ਆਪਣੇ ਟਰੈਪ 'ਚ ਲੈਂਦੀਆਂ, ਕਿਸ ਤਰ੍ਹਾਂ ਉਹ ਝੂਠੀਆਂ ਕਸਮਾਂ ਖਾਂਦੀਆਂ, ਉਹ ਚਾਹੇ 22 ਧਾਰ ਦੇ ਹਿੰਦੂ ਰਾਜੇ ਹੋਣ ਜਾਂ ਉਸ ਸਮੇਂ ਦੇ ਮੁਗਲ ਜਿਹੜੇ ਹਾਕਮ ਹੈ ਉਹਨਾਂ ਦੇ ਜਿਹੜੇ ਆ ਅਗਲੇ ਜਿਹੜੇ ਪ੍ਰਤੀਨਿਧ ਹੋਣ, ਉਹਨਾਂ ਸਾਰਿਆਂ ਨੇ ਦਾ ਇਤਿਹਾਸ ਹੈ ਜਿਹੜਾ ਇਹਦੇ ਵਿੱਚ ਉਹਨਾਂ ਦਾ ਇੱਕ ਜਿਹੜਾ ਸਾਹਮਣੇ ਆਉਂਦਾ, ਕਰੈਕਟਰ ਸਾਹਮਣੇ ਆਉਂਦਾ ਸਾਡੇ। ਸੋ ਇਹ ਜਿਹੜਾ ਪੰਦਰਵਾੜਾ ਆ ਇਹਦੀ ਸ਼ੁਰੂਆਤ ਹੈ, ਜਿਵੇਂ ਤੁਸੀਂ ਪਹਿਲਾਂ ਕਿਹਾ, ਪਰਿਵਾਰ ਵਿਛੋੜੇ ਦੇ ਵਿੱਚੋਂ ਜਦੋਂ ਸਾਡੇ ਅੱਜ ਸਮਾਗਮ ਹੋ ਰਹੇ ਆ ਤੇ ਪਰਿਵਾਰ ਵਿਛੋੜਾ ਜਿਹੜਾ ਗੁਰਦੁਆਰਾ ਸਾਹਿਬਾਨ ਹੈ ਰੋਪੜ ਦੇ ਵਿੱਚ, ਉਹ ਤੋਂ ਸ਼ੁਰੂ ਹੋ ਕੇ ਅੱਗੇ ਇਹ ਜਿਹੜਾ ਆ ਜਿਹੜਾ ਇਹਦਾ ਆਖਰੀ ਜਿਹੜਾ ਹੈ ਪੜਾਅ ਆ ਉਹ ਫਤਿਹਗੜ੍ਹ ਸਾਹਿਬ ਵਿੱਚ ਜਿਹੜਾ ਆ ਉਹ 13 ਪੌ ਨੂੰ ਜਾ ਕੇ ਜਿਹੜੀ ਆ ਉਹਦੀ ਹੁੰਦੀ ਹੈਗੀ ਆ, ਸੰਪੂਰਨਤਾ ਹੁੰਦੀ ਆ। ਸੋ ਕਿਸੇ ਵੀ ਗਗਨ ਜੀ ਜਦੋਂ ਕਿਸੇ ਕੌਮ ਦੇ ਉੱਤੇ, ਕਿਸੇ ਸੰਗਠਨ ਦੇ ਉੱਤੇ, ਕਿਸੇ ਜਥੇਬੰਦੀ ਦੇ ਉੱਤੇ ਇਸ ਤਰ੍ਹਾਂ ਦਾ ਭਾਣਾ ਵਾਪਰਦਾ ਆ ਤੇ ਆਮ ਕਰਕੇ ਸਮਾਜ 'ਚ ਦੇਖਦੇ ਆ ਕਿ ਬਹੁਤ ਨਿਰਾਸ਼ਤਾ ਆ ਜਾਂਦੀ ਹੈ। ਅਸੀਂ ਦੇਖਿਆ ਇਤਿਹਾਸ ਦੇ ਵੱਡੇ ਵੱਡੇ ਹਿੱਸੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਤੇ ਉਹ ਦਿਨਾਂ ਨੂੰ ਯਾਦ ਕਰਕੇ ਉਹਦੇ ਪੈਰੋਕਾਰ, ਉਹਦੇ ਫਾਲੋਅਰ ਰੋਂਦੇ ਆ ਜਾਂ ਉਸ ਕਿਸਮ ਦਾ ਜਿਹੜਾ ਆ ਉਹ ਜਿਹੜਾ ਵਰਲਾਪ ਕਰਦੇ ਆ। ਇਹ ਜਿਹੜਾ ਆ ਪੰਥ ਦਾ ਜਿਹੜਾ ਹੈਗਾ ਆ ਬਿਹੇਵੀਅਰ ਹੈ ਜਿਹੜਾ ਉਹ ਉਹਨਾਂ ਨਾਲੋਂ ਅਲੱਗ ਹੈ। ਪੰਥ ਨੇ ਹਮੇਸ਼ਾ ਇਸ ਜਿਹੜੇ ਇਹ ਸ਼ਹੀਦੀ ਪੁਰਬ ਨੇ ਇਹਨਾਂ ਨੂੰ ਬੜਾ ਚੜ੍ਹਦੀ ਕਲਾ ਦੇ ਵਿੱਚ ਲਿਆ ਹੈਗਾ ਆ, ਉਹ ਨਿਰਾਸ਼ਤਾ 'ਚ ਨਹੀਂ ਗਏ। ਉਹ ਜਦੋਂ ਉਸ ਦਿਨ ਨੂੰ ਤੁਸੀਂ ਜਾ ਕੇ ਜਦੋਂ ਉਸ ਜਿਹੜੇ ਜੋੜ ਮੇਲੇ ਲੱਗਦੇ ਆ, ਸ਼ਹੀਦੀ ਸਭਾ ਅਸੀਂ ਕਹਿੰਦੇ ਆ ਆਮ ਭਾਸ਼ਾ ਦੇ ਵਿੱਚ, ਉਹ ਜਿਹੜੀ ਸ਼ਹੀਦੀ ਸਭਾ ਲੱਗਦੀ ਆ ਉਹਦੇ ਸਭਾ ਦੇ ਜਿਹੜੇ ਸਾਰੇ ਤੁਸੀਂ ਸਟਰਕਚਰ ਨੂੰ ਸਟੱਡੀ ਕਰਦੇ ਹੋ ਤਾਂ ਉਹ ਪੰਥ ਨੇ ਉਸ ਨੂੰ ਚੜ੍ਹਦੀ ਕਲਾ ਦੇ ਵਿੱਚ ਲਿਆ ਕਿ ਇਹਦਾ ਵੱਡਾ ਇਤਿਹਾਸ ਦੇ ਵਿੱਚ ਸਾਡੇ ਸਿੱਖ ਪੰਥ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਇਹਦਾ ਯੋਗਦਾਨ ਰਿਹਾ ਹੈ। ਇਹ ਜਿਹੜੇ ਦੋ ਵੱਡੇ ਜੋੜ ਮੇਲੇ ਹੈਗੇ ਆ, ਫਤਿਹਗੜ੍ਹ ਸਾਹਿਬ ਦਾ ਤੇ ਇਹ ਜਿਹੜਾ ਅਸੀਂ ਚਮਕੌਰ ਸਾਹਿਬ ਦਾ ਜਿਹੜਾ ਜੋ ਸ਼ਹੀਦੀ ਜੋੜ ਮੇਲਾ ਮਨਾਉਂਦੇ, ਇਹਦਾ ਇਤਿਹਾਸ ਨਾਲ ਵੀ ਬਹੁਤ ਵੱਡਾ ਇਹਦਾ ਇਹ ਜਿਹੜਾ ਪੱਖ ਹੈਗਾ ਆ। ਇਹ ਜਿਹੜਾ ਸਾਡਾ ਇੱਕ ਮਾਨਵ ਵਿਗਿਆਨ ਦਾ ਪੱਖ ਹੁੰਦਾ ਆ, ਸੋਸ਼ਲ ਵਿਗਿਆਨ ਦਾ ਪੱਖ ਹੈਗਾ, ਇਹਦੇ ਪੱਖ ਤੋਂ ਵੀ ਸਾਨੂੰ ਇਹਨਾਂ ਨੂੰ ਸਮਝਣਾ ਚਾਹੀਦਾ ਹੈਗਾ, ਸਮਝਣਾ ਪਏਗਾ, ਤਾਂ ਹੀ ਸਾਡੇ ਕੋਲ ਸੰਪੂਰਨ ਤੌਰ 'ਤੇ ਅਸੀਂ ਜਿਹੜੇ ਸਾਡੇ ਇਹ ਜੋੜ ਮੇਲੇ ਆ ਉਹਨਾਂ ਦੀ ਜਿਹੜੀ ਆ ਅਸੀਂ ਮਹੱਤਤਾ ਨੂੰ ਜਿਹੜੇ ਆ ਕੁਝ ਨੇੜੇ ਸਮਝ ਸਕਦੇ ਹੈਗੇ। ਸੋ ਅਸੀਂ ਜਿਸ ਤਰ੍ਹਾਂ ਇਹ ਦੇਖਦੇ ਆ ਕਿ ਗੁਰੂ ਸਾਹਿਬ ਜੀ ਦੇ ਜਿਹੜੇ ਵੱਡੇ ਸਾਹਿਬਜ਼ਾਦੇ ਹੈ ਉਹਨਾਂ ਦੀ ਸ਼ਹਾਦਤ ਚਮਕੌਰ ਸਾਹਿਬ 'ਚ ਦੀ ਗੜੀ 'ਚ ਹੁੰਦੀ ਹੈ, ਪਰ ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਪ੍ਰਾਣ ਤੋਂ ਪਿਆਰੇ ਸਿੱਖ ਸੀਗੇ ਉਹਨਾਂ ਦੇ ਵਿੱਚੋਂ ਵੀ ਜਿਹੜੇ ਹੈ ਉਹਨਾਂ ਦੇ ਵਿੱਚ ਜਿਹੜੀਆਂ ਸ਼ਹੀਦੀਆਂ ਦਾ ਜਾਮ ਜਿਹੜੇ ਪੀਂਦੇ ਆ। ਔਰ ਇਹਦੇ ਵਿੱਚ ਮੈਂ ਹੋਰ ਦੱਸ ਦੇਣਾ ਚਾਹੁੰਦਾ ਕਿ ਜਿਹੜੇ 8ਵੇਂ ਪਾਤਸ਼ਾਹ ਦੇ ਸਮੇਂ ਪੰਜੋਖਰਾ ਸਾਹਿਬ ਦੇ ਵਿੱਚ ਪੰਡਿਤ ਲਾਲ ਚੰਦ ਜਿਹਦਾ ਹੰਕਾਰ ਤੋੜਿਆ ਸੀਗਾ, ਉਹਨਾਂ ਦੀ ਵੀ ਸ਼ਹਾਦਤ ਇੱਥੇ ਜਾ ਕੇ ਇਹਦੇ ਵਿੱਚ ਹੁੰਦੀ ਹੈ। ਉਹ ਗੁਰੂ ਘਰ ਦੇ ਗੁਰੂ ਦੇ ਲੜ ਲੱਗਦੇ ਆ ਬਾਅਦ 'ਚ। ਤੇ ਇਸੇ ਤਰ੍ਹਾਂ ਬਹੁਤ ਸਾਰੇ ਸਿੱਖਾਂ ਨੇ ਉਸ ਸਮੇਂ ਸ਼ਹਾਦਤ ਦਿੱਤੀ ਤੇ ਇਹਨੂੰ ਅਸੀਂ ਯੋਗੀ ਜਿਹੜਾ ਆ ਸਾਡੇ ਤੇ ਸਿੱਖਾਂ ਨੇ ਤੇ ਬਹੁਤ ਲਿਖਣਾ ਹੀ ਸੀਗਾ ਕਿ ਹਰੇਕ ਕਮਿਊਨਿਟੀ ਦੇ ਆਪਣੇ ਬੰਦੇ ਤੇ ਪੱਖ ਨੂੰ ਸਮਝਦੇ ਆ, ਉਹ ਉਹਨਾਂ ਦੀ ਆਪਣੀ ਇੱਕ ਕੰਟਰੀਬਿਊਸ਼ਨ ਵੀ ਹੁੰਦੀ ਹੈ। ਲੇਕਿਨ ਜਦੋਂ ਦੂਸਰੀ ਕਮਿਊਨਿਟੀ ਦਾ ਬੰਦਾ, ਦੂਸਰੇ ਵਰਗ ਦਾ ਬੰਦਾ ਉਸ ਨੂੰ ਸਮਝਦਾ ਆ ਆਪਣੇ ਨਜ਼ਰੀਏ ਤੋਂ, ਤਾਂ ਉਹਦੀ ਆਪਣੀ ਇੱਕ ਵੱਖਰੀ ਮਹੱਤਤਾ ਆ। ਇਸ ਤਰ੍ਹਾਂ ਅਸੀਂ ਕਹੀਏ ਕਿ ਜਿਹੜਾ ਯੋਗੀ ਯਾਰ ਅੱਲਾ ਖਾਨ ਹੈ ਉਹਨੇ ਜਿਸ ਤਰੀਕੇ ਨਾਲ ਇਹ ਸ਼ਹੀਦੀ ਸਾਕਿਆਂ ਨੂੰ ਸਮਝਣ ਦਾ ਯਤਨ ਕੀਤਾ ਆ, ਉਹਦਾ ਫੇਥ ਹੈ ਜਿਹੜਾ ਉਹ ਹਾਲਾਂਕਿ ਉਹ ਇਸਲਾਮ ਦੇ ਨਾਲ ਉਹਦਾ ਜੁੜਦਾ ਹੈਗਾ ਆ, ਉਹਦਾ ਸਿੱਖੀ ਦਾ ਉਸ ਤਰ੍ਹਾਂ ਸਮਾਜਿਕ ਤੌਰ ਤੇ ਉਸ ਤਰ੍ਹਾਂ ਵਾਹ ਵਾਸਤਾ ਨਹੀਂ ਹੈਗਾ। ਪਰ ਜਿਹੜੇ ਇਹ ਵੱਡੇ ਸਕਾਲਰ ਹੁੰਦੇ ਆ, ਜਿਹੜੇ ਵੱਡੇ ਮਨੁੱਖ ਹੁੰਦੇ ਆ, ਉਹਨਾਂ ਦੇ ਵਿੱਚ ਇਹ ਵੱਡੀ ਗੱਲ ਹੁੰਦੀ ਆ ਕਿ ਉਹ ਇਹਨਾਂ ਚੀਜ਼ਾਂ ਤੋਂ ਪਾਰ ਦੇਖਣ ਦੀ ਸਮਰੱਥਾ ਰੱਖਦੇ ਆ। ਉਹਨਾਂ ਨੇ ਜਿਸ ਤਰ੍ਹਾਂ ਕਿਹਾ ਕਿ ਸਭ ਤੋਂ ਵੱਡਾ ਜਿਹੜਾ ਤੀਰਥ ਹੈ ਜਿੱਥੇ ਇਸ ਹਿੰਦੁਸਤਾਨ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਤੀਰਥ ਹੈ ਤਾਂ ਉਹ ਚਮਕੌਰ ਦੀ ਧਰਤੀ ਹੈ, ਜਿੱਥੇ ਇੱਕ ਬਹੁਤ ਵੱਡਾ ਜਿਹੜਾ ਸਾਕਾ ਆ ਉਹ ਵਾਪਰਦਾ ਆ। ਇਹ ਦੁਨੀਆ ਦੇ ਵਿੱਚ ਇਹ ਕਦੀ ਗਗਨ ਜੀ ਹੋਇਆ ਨਹੀਂ ਕਿ ਜਿਹੜੀਆਂ ਟੱਕਰ ਹੁੰਦੀ ਆ, ਲੜਾਈਆਂ ਹੁੰਦੀਆਂ ਅੱਜ ਤੱਕ ਬਰਾਬਰ ਦੀਆਂ ਧਿਰਾਂ ਦੀਆਂ ਹੁੰਦੀਆਂ ਨੇ। ਤੇ ਉੱਥੇ 40 ਸਿੱਖ ਨੇ ਇੱਕ ਪਾਸੇ, ਦੂਜੇ ਪਾਸੇ ਲੱਖਾਂ ਦੀ ਗਿਣਤੀ 'ਚ ਬੇਅੰਤ ਜਿਹੜੀ ਹੈਗੀ ਫੌਜ ਹੈਗੀ ਆ। ਜਿਹਦੇ ਅਨੁਮਾਨ ਲਗਾਇਆ ਜਾਂਦਾ ਸਰ ਕਿ ਜਿਹੜਾ ਆ ਉਹ 10 ਲੱਖ ਦੀ ਫੌਜ ਹੈ, ਕਿ ਉੱਥੇ ਕੋਈ ਗਿਣਤੀ ਮਿੰਤੀ ਦਾ ਕੋਈ ਪੱਕੀ ਹੋਏਗੀ? ਗਗਨ ਜੀ ਗੱਲ ਇੱਦਾਂ ਕਿ ਅਸੀਂ 10 ਲੱਖ ਦੀ ਫੌਜ ਦਾ ਅੰਕੜਾ ਤਾਂ ਨਹੀਂ ਡਿਸਕਸ ਕਰਦੇ ਕਿਉਂਕਿ
ਉਸ ਸਮੇਂ ਜਿਹੜੀਆਂ ਵਿਉਂਤਬੰਦੀ ਤੇ ਯੋਜਨਾਬੰਦ ਤਰੀਕੇ ਨਾਲ ਫੌਜਾਂ ਹੁੰਦੀਆਂ ਨਹੀਂ ਸੀ। ਹਾਂਜੀ। ਫੌਜਾਂ ਦੀ ਕੋਈ ਇੱਕ ਕਮਾਂਡ ਨਹੀਂ ਸੀ ਹੁੰਦੀ, ਕੋਈ ਜਿਹੜੀਆਂ ਮੰਗਵੀਆਂ ਧਾੜਾਂ ਦੇ ਰੂਪ ਚ ਆਉਂਦੀਆਂ ਸੀਗੀਆਂ, ਕੁਝ ਮੁਗਲ ਫੌਜਾਂ ਸੀ, ਕੁਝ 22 ਧਾਰ ਦੇ ਰਾਜਾਂ ਦੀਆਂ ਫੌਜਾਂ ਸੀਗੀਆਂ। ਸੋ ਉਹਨਾਂ ਦੀ ਗਿਣਤੀ ਦਾ ਸਹੀ ਕਲੈਕਸ਼ਨ ਕਰਨਾ ਆ ਜਿਹੜਾ ਆ, ਕਿਉਂਕਿ ਜਦੋਂ ਅਸੀਂ ਅੱਜ ਵੀ ਦੇਖਦੇ ਹਾਂ ਜੇ ਅਸੀਂ ਉਹ ਜੇ ਲੱਖਾਂ ਦੀ ਗਿਣਤੀ ਕਰੀਏ ਜਾਂ 10 ਲੱਖ ਦੀ ਅਸੀਂ ਗੱਲ ਕਰਦੇ ਹਾਂ ਤਾਂ ਹੋ ਸਕਦਾ ਹਿੰਦੁਸਤਾਨ ਦੇ ਵਿੱਚ ਅੱਜ ਵੀ ਇੰਨੀ ਫੌਜ ਦੀ ਗਿਣਤੀ ਨਾ ਹੋਵੇ। ਸੋ ਇਸ ਤਰ੍ਹਾਂ ਗਿਣਤੀਆਂ ਦਾ ਚੱਕਰ ਤੋਂ ਜੇ ਅਸੀਂ ਬਾਹਰ ਵੀ ਨਿਕਲ ਜਾਈਏ ਕਿ ਉਸ ਸਮੇਂ ਦੀ ਜਿਹੜੀ ਇੱਕ ਪਾਸੇ 40 ਸਿੱਖ ਹੈ ਗੁਰੂ ਦੇ ਤੇ ਦੂਸਰੇ ਪਾਸੇ ਬੇਅੰਤ ਫੌਜਾਂ ਨੇ, ਉਹਨਾਂ ਦੀ ਗਿਣਤੀ ਹਜ਼ਾਰਾਂ 'ਚ ਹੋਵੇ, ਲੱਖਾਂ 'ਚ ਹੋਵੇ, ਇਹ ਇਸ਼ੂ ਨਹੀਂ ਸਾਡਾ। ਸਾਡਾ ਇਸ਼ੂ ਇਹ ਹੈ ਕਿ ਕੋਈ ਪਾਵਰ ਦਾ ਮੇਲ ਨਹੀਂ ਹੈਗਾ। ਉੱਥੇ ਕਿਸ ਹੌਸਲੇ ਨਾਲ, ਗੁਰੂ ਦੇ ਵਿਸ਼ਵਾਸ ਨਾਲ ਜਿਹੜੇ ਸਿੱਖ ਲੜਦੇ ਆ, ਉਹਨਾਂ ਦੀ ਜਿਸ ਤਰੀਕੇ ਜਿਸ ਉਹ ਵੀਰਤਾ ਨਾਲ ਲੜੇ ਆ, ਜਿਸ ਤਰ੍ਹਾਂ ਉਹਨਾਂ ਸ਼ਹਾਦਤਾਂ ਪਾਈਆਂ, ਇਹ ਦੁਨੀਆ ਦੇ ਵਿੱਚ ਜਿਹੜਾ ਇੱਕ ਵੱਖਰਾ ਇਸ ਨੂੰ ਸਮਝਣ ਦੀ ਕੋਸ਼ਿਸ਼, ਉਹ ਕਿਹੜੀ ਗੱਲ ਸੀ। ਨਹੀਂ ਤਾਂ ਆਮ ਕਰਕੇ ਹੁੰਦਾ ਆ, ਸਾਡੇ ਸਾਹਮਣੇ ਚਾਈਨਾ ਹੈਗਾ ਆ, ਸਾਡੇ ਨਾਲ ਹੱਦ ਲੱਗਦੀ ਆ, ਉਹਦੀ ਏਡੀ ਵੱਡੀ ਫੌਜ ਹੈ ਤੇ ਅਸੀਂ ਦੇਖਦੇ ਜਦੋਂ ਆਪਸ 'ਚ ਲੜਾਈਆਂ ਹੁੰਦੀਆਂ ਤੇ ਕਈ ਵਾਰੀ ਫੌਜਾਂ ਵੈਸੇ ਗਿਣਤੀ ਦੇਖ ਕੇ ਸਰੈਂਡਰ ਕਰ ਜਾਂਦੀਆਂ, ਲੜਨ ਦੀ ਜਿਹੜਾ ਮੋਰਾਲ ਹੈਗਾ ਆ ਉਹਨਾਂ ਦਾ ਉਹ ਬਹੁਤ ਡਿੱਗ ਜਾਂਦਾ ਆ। ਪਰੰਤੂ ਇਹ ਗੁਰੂ ਦੀ ਬਖਸ਼ਿਸ਼ ਸੀ, ਉਹਨਾਂ ਦੇ ਖੰਡੇ ਬਾਟੇ ਦੀ ਪਹਲ ਦਾ ਇਹ ਚਮਤਕਾਰ ਸੀਗਾ ਕਿ ਉਹ ਕੱਲਾ ਸਿੱਖ ਹੈ ਜਿਹੜਾ ਉਹ ਬਹਾਦਰੀ ਨਾਲ ਜਿਹੜਾ ਆ ਉਹ ਇਸ ਗੱਲ ਨੂੰ ਉਹਦੇ ਉੱਤੇ ਕੋਈ ਅਸਰ ਨਹੀਂ ਹੈਗਾ ਕਿ ਫੌਜ ਕਿੰਨੀ ਹੈ। ਉਹਨੂੰ ਗੁਰੂ ਦਾ ਵਿਸ਼ਵਾਸ ਇਹਨਾਂ ਕਿ ਗੁਰੂ ਨੇ ਉਹਨੂੰ ਇੱਕ ਜਿਹੜਾ ਦਿੱਤਾ ਹੈਗਾ ਸਲੋਗਨ ਦਿੱਤਾ ਹੈ ਕਿ 1.25 ਲੱਖ ਤੇ ਇੱਕ ਬੰਦੇ ਨਾਲ ਲੜਨਾ ਹੈਗਾ ਆ, ਤੇ ਉਹਦੇ ਵਿੱਚ ਉਹ ਹੌਸਲਾ ਹੈਗਾ ਆ। ਤੇ ਉਹ ਜਿਸ ਤਰੀਕੇ ਨਾਲ ਸਿੱਖਾਂ ਨੇ ਸ਼ਹਾਦਤਾਂ ਪਾਈਆਂ, ਇਹ ਵੱਡੀ ਯੂਨੀਵਰਸਿਟੀ ਹੈ, ਜਿਹੜੀ ਸ਼ਹਾਦਤਾਂ ਦੀ ਯੂਨੀਵਰਸਿਟੀ ਹੈ, ਜਿਹੜੀ ਇਹ ਚਮਕੌਰ ਸਾਹਿਬ ਦੀ ਗੜੀ ਬਣਦੀ ਹੈ। ਉਹ ਇੱਕ ਕੱਚੀ ਗੜੀ ਹੈ, ਇਮਾਰਤ ਦੇ ਤੌਰ ਤੇ ਵੀ ਕੋਈ ਬਹੁਤ ਵੱਡੀ ਜਿਹੜੀ ਹੈ ਉਹ ਬਹੁਤ ਸੇਫ ਇਮਾਰਤ ਨਹੀਂ ਕਹੀ ਜਾ ਸਕਦੀ। ਲੇਕਿਨ ਜਿਸ ਤਰੀਕੇ ਨਾਲ ਗੁਰੂ ਸਾਹਿਬ ਜੀ ਨੇ ਉੱਥੇ ਜੰਗ ਲੜੀ ਹੈਗੀ ਆ, ਉਹਨੂੰ ਫੌਜੀ ਐਂਗਲ ਤੋਂ ਵੀ ਜਿਹੜੇ ਸੈਨਿਕ ਜਿਹੜਾ ਨਜ਼ਰੀਆ ਆ ਉਹਦੀ ਵਿਉਂਤਬੰਦੀ ਤੋਂ ਵੀ ਦੇਖਣਾ ਹੋਵੇ ਤਾਂ ਉਹਦੀ ਵੀ ਆਪਣੀ ਬਹੁਤ ਸਾਰੀ ਜਿਹੜੀ ਹੈ ਮਹੱਤਤਾ ਹੈਗੀ ਹੈ। ਔਰ ਜਿਸ ਤਰੀਕੇ ਨਾਲ ਗੁਰੂ ਸਾਹਿਬ ਜੀ ਦਾ ਉਸ ਸਮੇਂ ਜਿਹੜਾ ਆ ਉਹਦਾ ਪੰਥ ਨਾਲ ਕਿਸ ਤਰ੍ਹਾਂ ਦਾ ਵਿਹਾਰ ਹੈਗਾ ਆ, ਉਹ ਪੰਥ ਸਰਵੋਤਮ ਕਿਸ ਤਰ੍ਹਾਂ ਉੱਥੋਂ ਨਿਬੜਦਾ ਆ, 5 ਪਿਆਰਿਆਂ ਦੀ ਇੰਸਟੀਟਿਊਸ਼ਨ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਹੁਕਮ ਦਿੰਦੀ ਆ ਖਾਲੀ ਉਹ ਛੱਡ ਕੇ ਜਾਣ ਦਾ, ਇਹ ਇੱਕ ਤੇ ਗੁਰੂ ਸਾਹਿਬ ਜੀ ਆਪਣੇ ਪੰਥ ਦੇ ਵਿੱਚ ਤੇ ਆਪਣਾ ਜਿਹੜਾ ਪਰਿਵਾਰ ਹੈ ਉਹਨਾਂ ਦੇ ਵਿੱਚ ਕੋਈ ਭੇਦਭਾਵ ਨਹੀਂ ਸਮਝਦੇ। ਇਹ ਸਾਖੀਆਂ ਦੱਸਦੀਆਂ ਕਿ ਉਹਨਾਂ ਨੂੰ ਕੁਝ ਸਿੱਖ ਕੇ ਸਾਡੇ ਨਾਲ ਕਾਲਰ ਕਾਲ ਤੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਗਗਨਦੀਪ ਸਿੰਘ ਜੀ, ਤੁਹਾਨੂੰ ਤੇ ਡਾਕਟਰ ਖੁਸ਼ਹਾਲ ਸਿੰਘ ਹੋਰਾਂ ਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੋਗਲ ਸਾਹਿਬ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਗਗਨਦੀਪ ਸਿੰਘ ਜੀ, ਬਿਲਕੁਲ ਠੀਕ ਠਾਕ ਵਾ ਜੀ। ਦੇਖੋ ਜਿਵੇਂ ਇਹਨਾਂ ਮੁਲਕਾਂ ਦੇ ਵਿੱਚ ਆ ਸਾਰਾ ਪੂਰਾ ਹਫ਼ਤਾ ਖੁਸ਼ੀਆਂ ਮਨਾਉਂਦੇ ਨੇ, ਪਰ ਸਿੱਖ ਕੈਲੰਡਰ ਦੇ ਵਿੱਚ ਇਹ ਗਮਗੀਨ ਸਾਡਾ ਇਹ ਹਫ਼ਤਾ ਆ। ਪਰ ਸਾਨੂੰ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਬਿਲਕੁਲ ਠੀਕ ਹੈ, 100%। ਸਾਡੇ ਇਤਿਹਾਸ ਵਰਗਾ ਦੁਨੀਆ 'ਚ ਇਤਿਹਾਸ ਕੋਈ ਨਹੀਂ। ਗੁਰੂ ਸਾਹਿਬ ਨੇ ਚੜ੍ਹਦੀ ਕਲਾ ਦਾ ਉਪਦੇਸ਼ ਦਿੱਤਾ ਹਮੇਸ਼ਾ ਹੀ। ਹਾਂਜੀ ਬਿਲਕੁਲ ਜੀ। ਡਾਕਟਰ ਸਾਹਿਬ ਕਹਿ ਹਟੇ ਨੇ ਬਿਲਕੁਲ ਪੈਰ ਪੈਰ ਤੇ ਸਬੂਤ ਮਿਲਦੇ ਨੇ ਵੀ ਇੰਨੇ ਚੜ੍ਹਦੀ ਕਲਾ ਵਾਲੇ ਸਿੰਘ ਸਨ, ਕਿਉਂਕਿ ਆਪ ਗੁਰੂ ਸਾਹਿਬ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਨੇ, ਕਦੇ ਢਹਿੰਦੀ ਕਲਾ 'ਚ ਨਹੀਂ ਗਏ। ਹਾਂਜੀ। ਤੇ ਬਿਲਕੁਲ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਸਾਡਾ ਮਨ ਭਰ ਆਉਂਦਾ। ਤੁਸੀਂ ਵੀ ਜਦੋਂ ਸ਼ੁਰੂਆਤ ਕੀਤੀ ਹੈ ਤਾਂ ਵਾਕਿਆ ਸਹੀ ਗੱਲ ਵਾ। ਹੋਰ ਸਾਰਾ ਕੁਝ ਭੁੱਲ ਜਾਂਦਾ, ਬਾਕੀ ਦਾ ਜੋ ਕਰਦੇ ਨੇ ਇਹਨਾਂ ਮੁਲਕਾਂ ਦੇ ਵਿੱਚ ਸਾਨੂੰ ਵਾਕਿਆ ਭੁੱਲ ਜਾਂਦਾ। ਤੇ ਤੁਹਾਡੀਆਂ ਗੱਲਾਂ ਸੁਣ ਕੇ ਸਾਡਾ ਫਿਰ ਸਾਡੇ ਕੋਲ ਰਿਹਾ ਨਹੀਂ ਜਾਂਦਾ, ਸਾਡੇ ਕੋਲੋਂ ਵੀ ਅਸੀਂ ਸ਼ਰਧਾ ਦੇ ਫੁੱਲ ਨਾ ਭੇਟ ਕਰੀਏ। ਹਾਂਜੀ ਬਿਲਕੁਲ ਜੀ। ਕਿਉਂਕਿ ਗਗਨਦੀਪ ਸਿੰਘ ਜੀ, ਸ਼ਰਧਾ ਦੇ ਫੁੱਲ ਭੇਟ ਕਰਦੇ ਆ ਜੀ ਤੇ ਮੁੱਠੀ ਭਰ ਸਿੱਖਾਂ, ਮੁੱਠੀ ਭਰ ਸਿੰਘਾਂ ਚਮਕੌਰ ਦੀ ਗੜੀ ਅੰਦਰ। ਹਾਂਜੀ। ਮੁੱਠੀ ਭਰ ਸਿੰਘਾਂ ਚਮਕੌਰ ਦੀ ਗੜੀ ਅੰਦਰ, ਟਿੱਡੀ ਦਲ ਵੈਰੀ ਦਾ ਘੰਡ ਸਾਹ ਕੀਤਾ। ਓਏ ਸ਼ਾਹ ਸਵਾਰ ਤੱਕ ਸਕੇ ਨਾ ਪਹੁੰਚ ਦੋਖੀ, ਆਂਦਨ ਚਾਰਾ ਸੀ ਭਾਵੇਂ ਅਥਾਹ ਕੀਤਾ। ਹਾਂਜੀ ਬਿਲਕੁਲ ਜੀ। ਚੜ੍ਹਦੀ ਕਲਾ ਇੰਨੀ ਸੀ। ਹਾਂਜੀ। ਮੁੱਠੀ ਭਰ ਸਿੰਘਾਂ ਚਮਕੌਰ ਦੀ ਗੜੀ ਅੰਦਰ, ਟਿੱਡੀ ਦਲ ਵੈਰੀ ਦਾ ਘੰਡ ਸਾਹ ਕੀਤਾ। ਓਏ ਸ਼ਾਹ ਸਵਾਰ ਤੱਕ
सके ना पहुंच दोखी आंदिन चारा सी भावे अथा कीता भी एडे हौसले बुलंद वेख सिंघां सूरियां दे जिवें डॉक्टर साहब ने कहा है बिल्कुल जी एडे हौसले बुलंद वेख सिंघां सूरियां दे वैरी घबराए अते परेशान हो गए ओए मैदाने जंग च जूझदे वड्डे साहबजादे दरदाते दे दोवें परवान हो गए यारो मैदाने जंग च जूझदे वड्डे साहबजादे दरदाते दे दोवें परवान हो गए दरदाते दे दोवें परवान हो गए बिल्कुल जी बिल्कुल बेहत्थी चुकिया गगनदीप सिंह जी बेहत्थी शिंगार शहीदी ले पुत्रां तोड़ देना दसो केड़ा करूगा दुनिया जिदा बिल्कुल जी हथी शिंगार शहीदी ले पुत्रां तोड़ देना ऐसा हुंदा किसे कदे टक्किया ना अंतिम संस्कार करन दी गल छड्डो कपड़े नाल भी लाला नूं टक्किया ना वाहिगुरू जी एडी चढ़दी कला है हाँ जी हथी शिंगार शहीदी ले पुत्रां नूं तोड़ देना ऐसा हुंदा किसे कदे टक्किया ना अंतिम संस्कार करन दी गल छड्डो कपड़े नाल भी लाला नूं टक्किया ना भाई सारे सिख ही मेरे लाडले ने हाँ जी कलगीधर कहंदे ने भाई सारे सिख ही मेरे लाडले ने इसनूं कोई ना अपराध घोर समझे ओए कोई आखे ना कीता वितकरा मैं पंथ होर ते पुत्र होर समझे बिल्कुल जी बिल्कुल ऐसा दा इतिहास किते गगनदीप सिंह जी मिलेगा सानू नहीं मिलेगा नहीं मिलेगा जी बिल्कुल जी सारे सिख ही मेरे लाडले ने इसनूं कोई ना अपराध घोर समझे कोई आखे ना कीता वितकरा मैं पंथ होर ते पुत्र होर समझे यारो कोई आखे ना कीता वितकरा मैं पंथ होर ते पुत्र होर समझे बिल्कुल जी बिल्कुल बेशुभ कर्मां दी पहरेदारी करदियां बाजां वाला कदे थकिया ना मना बद्धी सी मन ते बोझ भावे मन करके कदे अकिया ना बिल्कुल जी बिल्कुल शुभ कर्मन दी पहरेदारी करदियां बाजां वाला कदे थकिया ना मना बद्धी सी मन ते बोझ भावे मन करके कदे अकिया ना ओए अपनी आई ते सारे ने टुर जांदे हाँ जी अपनी आई ते सारे ने टुर जांदे वल हथी तोड़न दा किसे दसिया ना ओए भारत वर्ष लई वार परिवार सारा दशमेश वांग कदे कोई हसिया ना यारो भारत वर्ष लई वार परिवार सारा दशमेश वांग कदे कोई हसिया ना यारो दशमेश वांग कदे कोई हसिया ना आखिरी दो लाइना ने गगनदीप सिंह जी हाँ जी बिल्कुल जी लिखिया भाई आलीशान इतिहास दी सिरजना कर हाँ जी आलीशान इतिहास दी सिरजना कर कारज धर्म दा दाते महान करया एदे जिहा ना कोई होर तीर्थां नाल है भाਵੇਂ जहान भरिया हाँ जी बिल्कुल सब तो वड्डा तीर्थ योगी अल्लाह यारखा योगी भी लिखदा है बिल्कुल जी आली शान इतिहास दी सिरजना कर कार्य धर्म दा दाते महान करया एदे जिहा ना कोई होर तीर्थां नाल है भाਵੇਂ जहान भरिया बई अपनी अखीं डिठा धर्म युद्ध सारा हाँ जी अपनी अखीं डिठा धर्म युद्ध सारा धर्म अधर्म दी वावा पहचान कीती ओए फुल शरदा दे भेंट करे भोगल लाला खालसा पंथ दी उच्ची शान कीती यारो फुल शरदा दे भेंट करे भोगल लाला खालसा पंथ दी उच्ची शान कीती यारो लाला खालसा पंथ दी उच्ची शान कीती अज असी भी साडा भी मन रोंदा गगनदीप सिंह जी तुसीं शुरुआत गल कीती सी हाँ जी मसा मेरे को शब्द निकले ने वाकई मन टुट जाता है पर फिर भी गुरु साहब ने सानू चढ़दी कला विच रहन वास्ते कहा तां ये गल्लां फिर भी करन तो नहीं रह सकते असी क्योंकि चढ़दी कला दा सानू गुरु साहब ने वर दिता होया बिल्कुल जी बिल्कुल वाहिगुरू जी का खालसा वाहिगुरू जी की फतेह ਭੋਗਲ ਸਾਹਿਬ ਬਹੁਤ ਧੰਨਵਾਦ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਹਾਂਜੀ ਪ੍ਰੋਫੈਸਰ ਸਾਹਿਬ ਹਾਂਜੀ ਜਿਸ ਤਰ੍ਹਾਂ ਗਗਨ ਜੀ ਹੁਣ ਭੋਗਲ ਸਾਹਿਬ ਨੇ ਬਹੁਤ ਵਧੀਆ ਜਿਹੜਾ ਅਸੀਂ ਗੱਲ ਕਰ ਰਹੇ ਸੀ ਉਹਨੂੰ ਪੂਰਾ ਕੀਤਾ ਆ ਉਸੇ ਨੂੰ ਮੈਂ ਜਿਹਦੀ ਗੱਲ ਕਰਨੀ ਸੀ ਉਸੇ ਗੱਲ ਨੂੰ ਭੋਗਲ ਸਾਹਿਬ ਨੇ ਅੱਗੇ ਆਪਣੇ ਵਿਚਾਰਾਂ ਵਿੱਚ ਲਿਆਂਦਾ ਆਪਣੀ ਕਵਿਤਾ ਵਿੱਚ ਵੀ ਦੱਸਿਆ ਆ ਕਿ ਗੁਰੂ ਸਾਹਿਬ ਨੇ ਨੂੰ ਸਾਡੇ ਜਿਹੜੇ ਸਾਖੀਆਂ ਨੇ ਉਸ ਮੁਤਾਬਕ ਸਿੱਖ ਕਹਿੰਦੇ ਆ ਕਿ ਤੁਸੀਂ ਆਪਾਂ ਇਹਨਾਂ ਦੇ ਉੱਤੇ ਜਿਹੜਾ ਕਫਨ ਪਾ ਦਈਏ ਜਿਹੜੇ ਸਾਹਿਬਜ਼ਾਦਿਆਂ ਦੇ ਸਰੀਰ ਹੈ ਤਾਂ ਗੁਰੂ ਸਾਹਿਬ ਜੀ ਮਨਾ ਕਰਦੇ ਕਿ ਇਹ ਸਾਰੇ ਇਹ ਵਿਤਕਰਾ ਨਹੀਂ ਹੋ ਸਕਦਾ ਬਾਕੀ ਸਿੱਖਾਂ ਦੇ
ਤੋਂ ਇਹਨਾਂ ਤੋਂ ਕੋਈ ਅਲੱਗ ਨਹੀਂ ਹੈਗਾ। ਹਾਂਜੀ। ਸੋ ਇਹ ਸਾਰਾ ਕੁਝ ਇਹ ਪੱਖ ਹੈ। ਦੂਸਰੀ ਗੱਲ ਮੈਂ ਜਿਹੜੀ ਕਲੀਅਰ ਕਰਨਾ ਚਾਹੁੰਦਾ ਗਗਨ ਜੀ, ਹਾਂਜੀ, ਕਿ ਜਿਸ ਤਰ੍ਹਾਂ ਭੁਗਤ ਸਾਹਿਬ ਨੇ ਵੀ ਕਿਹਾ ਤੇ ਕਵੀਆਂ ਦੇ ਆਪਣੇ ਵਿਵਾਹ ਹੁੰਦੇ ਆ, ਆਪਣਾ ਇੱਕ ਉਹਨਾਂ ਦੀ ਕਲਪਨਾ ਹੁੰਦੀ ਆ, ਉਹ ਕਹਿ ਦਿੰਦੇ ਆ। ਹਾਂਜੀ, ਲੇਕਿਨ ਜਿੱਥੇ ਸਿਧਾਂਤਿਕ ਗੱਲ ਹੈਗੀ ਹੈ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਭਾਰਤ ਵਰਸ਼ ਵਾਸਤੇ ਨਹੀਂ ਹੈ, ਕਿਉਂਕਿ ਭਾਰਤ ਵਰਸ਼ ਇੱਕ ਛੋਟੀ ਚੀਜ਼ ਹੈ, ਲਿਮਟਿਡ ਇੱਕ ਹੱਦਬੰਦੀ ਹੈ। ਹਾਂਜੀ, ਇਹਦੀਆਂ ਹੱਦਾਂ ਭਾਰਤ ਦੀਆਂ ਬਦਲਦੀਆਂ ਰਹਿੰਦੀਆਂ, ਹੋ ਸਕਦਾ ਅੱਗੇ ਵੀ ਬਦਲ ਜਾਣ, ਹਾਂਜੀ, ਪਰੰਤੂ ਜਿਹੜੀ ਸ਼ਹਾਦਤ ਸਾਹਿਬਜ਼ਾਦਿਆਂ ਨੇ ਦਿੱਤੀ ਆ ਉਹ ਕਿਸੇ ਭੂਗੋਲਿਕ ਖਿੱਤੇ ਵਾਸਤੇ ਨਹੀਂ ਦਿੱਤੀ, ਹਾਂਜੀ, ਉਹ ਖਿੱਤੇ ਤੋਂ ਉਹ ਮਾਨਵਤਾ ਵਾਸਤੇ ਹੈ, ਹਾਂਜੀ, ਉਹ ਉਹਨਾਂ ਕਦਰਾਂ ਕੀਮਤਾਂ ਵਾਸਤੇ ਹੈ ਜਿਹੜੀਆਂ ਹੱਦਾਂ ਬੰਦਿਆਂ ਦਾ ਕੋਈ ਰੱਖਦੀਆਂ ਨੇ। ਕਿਉਂਕਿ ਅਸੀਂ ਦੇਖਦੇ ਹਾਂ ਕਿ ਪੰਜਾਬ, ਪਹਿਲਾ ਜਿਹੜਾ ਪੰਜਾਬ ਹੈ, ਹਾਂਜੀ, ਉਹਦੀਆਂ ਹੱਦਾਂ ਬਹੁਤ ਦੂਰ ਤੱਕ ਸੀਗੀਆਂ, ਅੱਜ ਛੋਟੀਆਂ ਨੇ, ਕੱਲ ਨੂੰ ਹੋ ਸਕਦਾ ਹੋਰ ਪੰਜਾਬ ਛੋਟਾ ਵੱਡਾ ਕੱਟਣ ਦੀਆਂ ਗੱਲਾਂ ਚੱਲ ਰਹੀਆਂ ਨੇ। ਇਹ ਹਮੇਸ਼ਾ ਇੱਕ ਜਿਹੜੀ ਰਾਜਨੀਤਿਕ ਯੂਨਿਟਾਂ ਨੇ ਇਹ ਆਪਣਾ ਸਰੂਪ ਬਦਲਦੀਆਂ ਰਹਿੰਦੀਆਂ ਨੇ, ਹਾਂਜੀ, ਤੇ ਕਦੀ ਵੀ ਪੰਜਾਬ ਦੀ ਹੱਦ ਹੈ ਜਿਹੜੀ ਉਹ 50-100 ਸਾਲ ਇੱਕ ਜੀ ਨਹੀਂ ਰਹੀ, ਉਹ ਬਦਲਦੀਆਂ ਰਹਿੰਦੀਆਂ ਨੇ। ਸੋ ਇਸ ਕਰਕੇ ਭਾਰਤ ਦੀਆਂ ਵੀ ਇਸ ਤਰ੍ਹਾਂ ਹੀ ਕਹਿ ਸਕਦੇ ਆ ਕਿ ਹੱਦਾਂ ਬਦਲਦੀਆਂ ਰਹਿੰਦੀਆਂ ਨੇ। ਤੇ ਉਹਨਾਂ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਸਾਹਿਬਜ਼ਾਦਿਆਂ ਨੇ, ਉਹ ਸ਼ਹਾਦਤ ਸਿਰਫ ਇਹ ਨਹੀਂ ਵੀ ਹੋਣ ਵਾਲਾ ਜਿਹੜਾ ਭਾਰਤ ਉਹਦੇ ਵਾਸਤੇ ਦਿੱਤੀ ਆ, ਹਾਲਾਂਕਿ ਕਈ ਗੁਰਦੁਆਰਿਆਂ ਸਾਹਿਬਾਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਅਰਦਾਸਾਂ ਹੋਣ ਲੱਗੀਆਂ ਕਿ ਉਹਨਾਂ ਨੇ ਦੇਸ਼ ਛੋਟੀ ਚੀਜ਼ ਹੁੰਦੀ ਹੈ, ਇਹ ਇੱਕ ਨੈਸ਼ਨਲ ਯੂਨਿਟ ਹੁੰਦੇ ਆ, ਇਹਨਾਂ ਦੀ ਆਪਣੀ ਮਹਾਨਤਾ ਬਹੁਤ ਹੁੰਦੀ ਆ, ਪਰ ਜਿਹੜੇ ਪੈਗੰਬਰ ਹੁੰਦੇ ਆ ਉਹ ਇਹਨਾਂ ਤੋਂ ਬਾਹਰ ਹੁੰਦੇ ਆ। ਤੇ ਸਾਡੇ ਜਿਹੜੇ ਸ਼ਹਾਦਤਾਂ ਦੇਣ ਵਾਲੇ ਸ਼ਹੀਦ ਨੇ, ਬਾਬਾ ਜੋਰਾ ਆਪਣਾ ਅਜੀਤ ਸਿੰਘ, ਜੁਝਾਰ ਸਿੰਘ, ਇਹਨਾਂ ਦੀ ਜਿਹੜੀ ਸ਼ਹਾਦਤ ਆ, ਜਾਂ ਗੁਰੂ ਪਰਿਵਾਰਾਂ ਦੀ, ਜਾਂ ਅਸੀਂ ਕਹੀਏ ਕਿ ਗੁਰੂ ਦੇ ਸਿੱਖਾਂ ਦੀ ਸ਼ਹਾਦਤ ਆ, 40 ਜਿਹੜੇ ਸਾਡੇ ਸ਼ਹੀਦ ਹੋਏ ਆ ਚਮਕੌਰ ਦੀ ਗੜੀ ਵਿੱਚ ਅੱਜ ਦੇ ਦਿਨ, ਉਹਨਾਂ ਦੀ ਸ਼ਹਾਦਤ ਜਿਹੜੀ ਹੈ ਉਸ ਫਨੋਮਨਲੀ ਸ਼ਹਾਦਤ ਹੈ ਜਿਹੜੀ ਮਾਨਵਤਾ ਦਾ ਫਨੋਮਨਾ ਹੈ। ਮਾਨਵਤਾ ਦਾ ਫਨੋਮਨਾ ਕਿਤੇ ਵੀ ਰਹਿੰਦਾ ਆ, ਉਹ ਧਰਤੀ ਦੀਆਂ ਜਿਹੜੀਆਂ ਹੱਦਾਂ ਨੇ ਉੱਤੇ ਉਹਦਾ ਗੁਲਾਮ ਨਹੀਂ ਹੈਗਾ। ਸੋ ਇਸ ਕਰਕੇ ਜਿਹੜੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ ਉਹ ਇਹ ਤੋਂ ਵੱਡੀ ਚੀਜ਼ ਹੈਗੀ ਆ। ਹਾਂਜੀ, ਪਿੱਛੇ ਜੇ ਅਸੀਂ ਮਨਾ ਕੇ ਹਟੇ ਸੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ, ਉਹਨਾਂ ਦੀ ਸ਼ਹਾਦਤ ਇਹ ਵੀ ਜਿਹੜੀ ਹੈ ਇਹ ਵੱਡੀ ਜਿਹੜਾ ਸਾਨੂੰ ਮੈਸੇਜ ਆਉਂਦਾ ਹੈ ਕਿ ਜਿਹੜਾ ਇਹ ਜਿਹੜੀਆਂ ਸ਼ਹਾਦਤਾਂ ਹੁੰਦੀਆਂ ਨੇ, ਜਾਂ ਸਮੁੱਚੀ 1469 ਤੋਂ ਲੈ ਕੇ ਅਸੀਂ ਅੱਜ ਤੱਕ ਦੀ ਗੱਲ ਕਰੀਏ, ਜੇ 1469 ਤੋਂ ਲੈ ਕੇ ਅੱਜ ਤੱਕ ਦੀ ਗੱਲ ਕਰੀਏ, ਜਿੰਨੇ ਵੀ ਸਮੁੱਚੇ ਕੌਮ ਦੇ ਵਿੱਚ ਸ਼ਹੀਦ ਹੋਏ ਹਨ, ਉਹਨਾਂ ਦਾ ਆਪਣਾ ਸਵਾਰਥ ਨਹੀਂ ਹੈ, ਕੌਮ ਦੇ ਲਈ ਹੈ। ਤੇ ਮੰਨ ਲਓ ਵੀ ਜੇ ਅਸੀਂ ਮੰਨ ਕੇ ਚੱਲੀਏ ਕਿ ਜੋ ਸਾਡੇ ਦੇਸ਼ ਦੇ ਵਿੱਚ ਰਹਿੰਦੇ ਨੇ ਤੇ ਸਮੁੱਚੀ ਕੌਮ ਦੇ ਭਲੇ ਦੇ ਲਈ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ, ਤੇ ਅਸੀਂ ਦਰਸ਼ਕਾਂ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ, ਸੱਚੀ ਸ਼ਰਧਾਂਜਲੀ ਦੇ ਸਕਦੇ ਹੋ। ਕਿ ਸਾਡਾ ਲਾਈਵ ਪ੍ਰੋਗਰਾਮ ਹੈ, ਇਸ ਲਾਈਵ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਤੇ ਡਾਕਟਰ ਸਾਹਿਬ, ਮੈਂ ਵਧਦਾ ਆਪਣੇ ਅਗਲੇ ਸਵਾਲ ਵੱਲ, ਜੋ ਅੱਜ ਦੀ ਸਾਡੀ ਅਗਲੀ ਵਿਚਾਰ ਹੈ। ਤਾਂ ਸਵਾਲ ਤਾਂ ਨਹੀਂ ਅਸੀਂ ਕਹਿ ਸਕਦੇ, ਤੇ ਜਿਹੜੀ ਸਾਡੀ ਅਗਲੀ ਵਿਚਾਰ ਹੈ, ਸਾਡੇ ਆਪਸੀ ਵਿਚਾਰ ਨੇ ਕਿ ਜਿਹੜੇ ਸ਼ਹੀਦੀ ਪੰਦਰਵਾੜੇ ਸ਼ੁਰੂ ਕੀਤੇ ਗਏ ਨੇ, ਆਰੰਭ ਕੀਤੇ ਗਏ ਨੇ, ਜਾਂ ਜਿਹੜੇ ਇਹ ਸ਼ਹੀਦੀ ਸਮਾਗਮ ਕੀਤੇ ਜਾਂਦੇ ਨੇ, ਇਹਨਾਂ ਦਾ ਅਸਰ ਕਿਤੇ ਨਾ ਕਿਤੇ ਆਉਣ ਵਾਲੀਆਂ ਪੀੜ੍ਹੀਆਂ ਤੇ ਜਾਂ ਸਾਡੇ ਨਿੱਜੀ ਜੀਵਨ ਤੇ ਪੈ ਰਿਹਾ, ਜਾਂ ਕਿਉਂਕਿ ਅਸੀਂ ਵੈਸਟਰਨ ਕਲਚਰ ਨੂੰ ਜ਼ਿਆਦਾ ਅਪਣਾ ਲਿਆ ਤੇ ਅਸੀਂ ਪਹਿਰਾਵੇ ਵੀ ਚੇਂਜ ਕਰ ਲਏ, ਇਸ ਤਰ੍ਹਾਂ ਦਾ ਕੁਝ? ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਸਾਡੇ ਇਹ ਸ਼ਹੀਦੀ ਜੋੜ ਮੇਲੇ ਹੈ, ਹਾਂਜੀ, ਇਹਨਾਂ ਦਾ ਜੇ ਮੰਤਵ ਕੀ ਹੈ ਵੀ ਅਸੀਂ ਕਿਉਂ ਇਕੱਠੇ ਹੁੰਨੇ ਆ, ਇਹ ਕੀ ਗੱਲ ਹੈ ਕਿ ਲੋਕ ਲੱਖਾਂ ਦੀ ਗਿਣਤੀ ਵਿੱਚ 10 ਲੱਖ 20 ਲੱਖ ਬੰਦੇ ਕਿਉਂ ਇਕੱਠੇ ਹੁੰਦੇ ਨੇ, ਕਿ ਉਹਨਾਂ ਦੀ ਪ੍ਰੋਬਲਮ ਕੀ ਹੈ? ਹਾਂਜੀ, ਅਸੀਂ ਕਿਉਂ ਸ਼ਹਾਦਤਾਂ ਦੇਣ, ਸ਼ਰਧਾਂਜਲੀਆਂ ਦੇਣ ਵਾਸਤੇ ਇਕੱਠੇ ਹੁੰਨੇ ਆ? ਹਾਂਜੀ, ਇਹਦੇ ਬੈਕ ਤੇ ਜਾਣਾ ਹੋਵੇ ਤੇ ਗਗਨ ਜੀ ਸਾਨੂੰ ਗੁਰੂ ਅਮਰਦਾਸ ਜੀ ਦੇ ਸਮੇਂ ਜਾਣਾ ਪਏਗਾ, ਜਦੋਂ ਭਾਈ ਬੰਨੋ, ਭਾਈ ਜਿਹੜੇ ਹੋਰ ਸੀਗੇ ਸਿੱਖ ਸੀਗੇ ਗੁਰੂ ਸਾਹਿਬ ਜੀ ਦੇ ਪਾਰੋ ਵਰਗੇ, ਉਹਨਾਂ ਨੇ ਬੇਨਤੀ ਕੀਤੀ ਸੀ ਕਿ ਗੁਰੂ ਸਾਹਿਬ ਜੀ ਆਪਾਂ ਜੋੜ ਮੇਲੇ, ਵਿਸਾਖੀ ਦਾ ਜੋੜ ਮੇਲਾ ਉਹਨਾਂ ਨੇ ਪਹਿਲਾਂ ਆਰੰਭ ਕੀਤਾ ਸੀਗਾ ਕਿ ਆਪਾਂ ਕਰੀਏ, ਤਾਂ ਕਰਕੇ ਕਿਉਂਕਿ ਇੱਕੋ ਸਮੇਂ ਸੰਗਤਾਂ ਵੱਡੀ ਗਿਣਤੀ ਵਿੱਚ ਮੈਸੇਜ ਉੱਥੋਂ ਲੈ ਸਕਣ ਤੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਜਿਹੜਾ ਆ ਉਹ ਹੋ ਸਕੇ। ਹਾਂਜੀ, ਅਸੀਂ ਇੱਥੇ ਜਿਹੜੇ ਆਪਣਾ ਮੈਸੇਜ ਦੇਣ ਵਾਸਤੇ ਕਿ ਸ਼ਰਧਾਂਜਲੀ ਦੇ ਰੂਪ ਜਾਂਦੇ ਆ, ਲੇਕਿਨ ਇਹਦੇ ਪੰਜਾਬ ਵਿੱਚ ਜਿਹੜੇ ਸ਼ਹੀਦੀ ਜੋੜ ਮੇਲੇ ਲੱਗਦੇ ਆ ਨਾ, ਇਹਨਾਂ ਦੇ ਜਿਹੜੇ ਆ ਰਾਜਨੀਤਿਕ ਪ੍ਰਭਾਵ ਵੀ ਬੜੇ ਹੁੰਦੇ ਆ। ਹਾਂਜੀ, ਜਿਵੇਂ ਹੁਣ ਵੀ ਸਾਡੀਆਂ, ਹਾਲਾਂਕਿ ਪਿਛਲੇ ਸਾਲ ਕੁਝ ਬੰਦ ਹੋ ਗਈਆਂ ਸੀਗੀਆਂ, ਸ਼ਹੀਦੀ ਜੋੜ ਮੇਲੇ ਤੇ ਰਾਜਨੀਤਿਕ ਕਾਨਫਰੰਸਾਂ ਹੁੰਦੀਆਂ ਨੇ, ਤੇ ਕਾਨਫਰੰਸਾਂ ਦੇ ਵਿੱਚ ਉਹ ਜਿਹੜੇ ਸਾਰੇ ਵਰਤਾਰੇ ਹੈ ਸਮੇਂ ਦੇ, ਉਹ ਪ੍ਰਤੱਖ ਰੂਪ ਵਿੱਚ ਵੇਖਣ ਨੂੰ ਮਿਲਦੇ ਆ।
ਉਹ ਸਮੇਂ ਦੇ ਸਿਆਸਤ ਦੇ ਰੰਗ ਵੀ ਹੁੰਦੇ ਆ, ਸਮੇਂ ਦੇ ਸਮਾਜਿਕ ਰੰਗ ਵੀ ਹੁੰਦੇ ਆ, ਸਾਰਾ ਕੁਝ ਜਿਹੜਾ ਆ ਸਾਡੇ ਸਾਹਮਣੇ ਹੁੰਦਾ ਹੈਗਾ ਆ। ਹਾਂਜੀ। ਸੋ ਇਹਨਾਂ ਜੋੜ ਮੇਲਿਆਂ ਨੇ ਦਾ ਸਾਡੇ, ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਪੰਥ ਦਾ ਜਿਹੜਾ ਵਿਕਾਸ ਹੈ ਇਹਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਆ। ਹਾਂਜੀ। ਅਸੀਂ ਜੋੜ ਮੇਲਿਆਂ ਤੇ ਦੇਖਦੇ ਹਾਂ, ਤੁਸੀਂ ਇੱਕ ਪੱਖ ਨਹੀਂ ਜੋੜ ਮੇਲਿਆਂ ਤੇ। ਹਾਂਜੀ। ਗੁਰੂ ਸਾਹਿਬਾਨ ਵੇਲੇ ਜੋੜ ਮੇਲੇ ਹੋਰ ਤਰ੍ਹਾਂ ਹੁੰਦੇ ਸੀ, ਲੇਕਿਨ ਜਿਸ ਤਰ੍ਹਾਂ ਤੁਸੀਂ ਕਿਹਾ ਆ ਕਿ ਸਮੇਂ ਨੇ ਆਪਣੇ ਪ੍ਰਭਾਵ ਪਾਏ ਹੈ, ਹਾਂਜੀ, ਉਹਦੇ ਵਿੱਚ ਪੋਜ਼ਿਟਿਵ ਪ੍ਰਭਾਵ ਵੀ ਹੈ ਤੇ ਨੈਗੇਟਿਵ ਵੀ ਹੈ, ਦੋਨੇ ਗੱਲਾਂ ਆਈਆਂ ਹੈ। ਹਾਂਜੀ। ਜੇ ਅਸੀਂ ਪੋਜ਼ਿਟਿਵ ਪ੍ਰਭਾਵ ਦੀ ਗੱਲ ਕਰਨੀ ਹੋਵੇ ਤਾਂ ਹੁਣ ਬਹੁਤ ਵੱਡੇ ਸੇਵਾ ਦੇ ਪ੍ਰੋਜੈਕਟ ਹੈ ਜਿਹੜੇ, ਹਾਂਜੀ, ਉਹ ਇਹਨਾਂ ਜੋੜ ਮੇਲਿਆਂ ਦੇ ਵਿੱਚ ਅੱਜ ਅਸੀਂ ਦੇਖਣ ਨੂੰ ਸਾਨੂੰ ਮਿਲਦੇ ਆ। ਹਾਂਜੀ। ਵੱਡੇ ਵੱਡੇ ਪੱਧਰ ਤੇ ਮੈਡੀਕਲ ਕੈਂਪ ਲੱਗੇ ਹੋਏ ਆ, ਸੇਵਾ ਦੇ ਜਿਹੜੇ ਅਸੀਂ ਕਹੀਏ ਅਨੇਕਾਂ ਜਿਹੜੇ ਆ ਕਾਰਜ ਆ ਉਹ ਜੋੜ ਮੇਲਿਆਂ ਤੇ ਚੱਲ ਰਹੇ ਆ। ਲੰਗਰ ਦੀ ਸੇਵਾ ਤਾਂ ਅਸੀਂ ਸਾਰੇ ਹੀ ਜਾਣਦੇ ਆ। ਜਦੋਂ ਮੈਂ ਕੱਲ ਆ ਰਿਹਾ ਸੀਗਾ 150 ਕਿਲੋਮੀਟਰ ਦੂਰ ਤੋਂ ਪੰਜਾਬ ਤੋਂ, ਤਾਂ ਉਸ ਰਸਤੇ ਵਿੱਚ ਸਾਰੇ ਥਾਵਾਂ ਤੇ ਲੰਗਰ ਸਿੱਖਾਂ ਨੇ ਲਾਏ ਹੋਏ ਸੀਗੇ। ਉਹ ਥਾਂ ਤੇ ਆਪਣੇ ਇਕੱਠੇ ਹੋ ਕੇ ਦੀਵਾਨ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ, ਸੰਗਤ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਉਹ ਜਿਹੜੇ ਆ ਬੈਠੇ ਹੋਏ ਸੀਗੇ ਤੇ ਸਿਰ ਜੋੜ ਕੇ ਆਪਣੇ ਜਿਹੜੇ ਆ ਸ਼ਹਾਦਤਾਂ ਨੂੰ ਇਹ ਸ਼ਰਧਾਂਜਲੀ ਸਮਾਗਮ ਹੈ ਜਿਹੜੇ ਉਹ ਥਾਂ ਤੇ ਹੋ ਰਹੇ ਸੀਗੇ। ਹਾਂਜੀ। ਤਾਂ ਉਸ ਤੋਂ ਇਲਾਵਾ ਜਿਹੜੇ ਅਸੀਂ ਦੇਖਿਆ ਕਿ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੇ ਜੁੜ ਚੁੱਕੀਆਂ। ਮੈਸੇਜ ਵੀ ਜਿਹੜੇ ਧਾਰਮਿਕ ਮੈਸੇਜ ਆ, ਸਾਡੀਆਂ ਧਾਰਮਿਕ ਸਟੇਜਾਂ ਇਹਨਾਂ ਦੇ ਉੱਤੇ ਜਿਹਨਾਂ ਤੁਸੀਂ ਜ਼ਿਕਰ ਕਰ ਚੁੱਕੇ ਹੋ। ਹਾਂਜੀ। ਉਸ ਤੋਂ ਇਲਾਵਾ ਅੰਮ੍ਰਿਤ ਸੰਚਾਰ ਦੇ ਵੱਡੇ ਵੱਡੇ ਜਿਹੜੇ ਆ ਉਹ ਕਾਰਜ ਜਿਹੜੇ ਸਮਾਗਮ ਲਿਖੇ ਜਾਂਦੇ ਆ ਇੱਥੇ। ਖੰਡੇ ਕੀ ਪਹੁਲ ਜਿਹੜੀ ਆ ਇਹਨਾਂ ਸ਼ਹੀਦੀ ਜੋੜ ਮੇਲਾ ਤੇ ਦਿੱਤੀ ਜਾਂਦੀ ਹੈ। ਹਾਂਜੀ। ਹੋਰ ਅਨੇਕਾਂ ਸਿੱਖ ਜਥੇਬੰਦੀਆਂ ਉੱਥੇ ਆ ਕੇ ਆਪਣੇ ਪੁਸਤਕ ਪ੍ਰਦਰਸ਼ਨੀਆਂ ਦੇ ਰੂਪ ਦੇ ਵਿੱਚ, ਹਾਂਜੀ, ਬਹੁਤ ਸਾਰੀਆਂ ਫਿਲਮਾਂ ਦੇ ਰੂਪ ਵਿੱਚ, ਡਿਜੀਟਲ ਜਿਹੜੇ ਆ। ਹਾਂਜੀ। ਸਾਡੇ ਨਾਲ ਕਾਲਰ ਕਾਲ ਤੇ ਨੇ, ਆਓ ਅਸੀਂ ਉਹਨਾਂ ਦੇ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਬਹੁਤ ਬਹੁਤ ਸਵਾਗਤ ਹੈ। ਆਪਣਾ ਨਾਮ ਤੇ ਜਗ੍ਹਾ ਜ਼ਰੂਰ ਦੱਸੋ ਜੀ। ਮੇਰਾ ਨਾਮ ਉਜਾਗਰ ਸਿੰਘ ਬੱਲ ਹੈ। ਹਾਂਜੀ, ਉਜਾਗਰ ਸਿੰਘ ਜੀ। ਪਿੰਡ ਬੱਲ ਸੱਚ ਅੰਦਰ ਜਿਹੜਾ ਗੁਰੂ ਰਾਮਦਾਸ ਦਾ 에ਅਰਪੋਰਟ ਆ ਉਹਦੇ ਤੋਂ ਅੱਧਾ ਕਿਲੋਮੀਟਰ ਦੂਰ ਪੂਰਬ ਵਾਲੇ ਪਾਸੇ ਆ। ਉਥੋਂ ਮੈਂ ਗੁਰੂ ਕੇ ਉਥੋਂ ਦਾ ਰਹਿਣ ਵਾਲਾ ਤੇ ਇਥੋਂ। ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਬੱਲ ਸਾਹਿਬ ਜੀ। ਹਾਂਜੀ। ਤੇ ਇੱਕ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੀ ਟੀਵੀ ਦਾ ਵੋਲਿਊਮ ਆ ਥੋੜਾ ਘਟਾ ਦਿੱਤਾ ਜਾਵੇ ਤਾਂ ਕਿ ਜਿਹੜੀ ਆ ਉਹ ਸਾਡੇ ਨਾਲ ਜਿਹੜੀਆਂ ਵਿਚਾਰਾਂ ਤੁਹਾਡੀਆਂ ਘਟਾਉਣ ਲੱਗਾ ਜੇ। ਹਾਂਜੀ, ਹਾਂਜੀ। ਇਹ ਠੀਕ ਆ? ਹਾਂਜੀ, ਬਿਲਕੁਲ ਜੀ, ਬਿਲਕੁਲ। ਹੁਣ ਠੀਕ ਹੈ ਨਾ? ਹਾਂਜੀ, ਬਿਲਕੁਲ ਜੀ, ਬਿਲਕੁਲ ਜੀ। ਤੁਸੀਂ ਆਪਣੀ ਵਿਚਾਰ ਸਾਂਝੀ ਕਰ ਸਕਦੇ ਹੋ। ਹਾਂ, ਮੈਂ ਕਹਾਂਗਾ। ਹਾਂਜੀ। ਹਾਂਜੀ ਬਾਲ ਸਾਹਿਬ, ਤੁਸੀਂ ਟੀਵੀ ਦੀ ਆਵਾਜ਼ ਬੰਦ ਕਰਕੇ ਸਾਡੇ ਨਾਲ ਫੋਨ ਤੇ ਜਿਹੜਾ ਰਾਬਤਾ ਕਾਇਮ ਰੱਖੋ ਤਾਂ ਕਿ ਜਿਹੜੀ ਤੁਹਾਡੀ ਵਿਚਾਰ ਹਾਂਜੀ ਦਰਸ਼ਕਾਂ ਤੱਕ ਪਹੁੰਚ ਸਕੇ। ਹਾਂਜੀ। ਹੈਲੋ, ਵਿਚਾਰ ਆਰੰਭ ਕਰੋ ਜੀ। ਹਾਂਜੀ। ਹੈਲੋ ਜੀ, ਮੇਰਾ ਨਾਮ ਉਜਾਗਰ ਸਿੰਘ ਬੱਲ ਹੈ। ਹਾਂਜੀ, ਬਿਲਕੁਲ ਜੀ, ਬਿਲਕੁਲ ਜੀ। ਉਜਾਗਰ ਸਿੰਘ ਜੀ, ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ। ਉਮਰ ਮੇਰੀ ਤਕਰੀਬਨ 87 ਸਾਲ ਹੈ। ਗੁਰੂ ਕੇ ਬਾਗ ਤੋਂ ਮੈਟ੍ਰਿਕ ਸ਼ੁਰੂ ਤੋਂ ਕੀਤੀ ਸੀ ਤੇ ਉਦੋਂ 2 ਲਾਈਨਾਂ ਲਿਖੀਆਂ ਸੀ ਜਿਹੜੀਆਂ ਕਿ ਆਪਣੇ ਗੁਰਮੇਜ ਸਿੰਘ ਆਪਣੇ ਭੋਗਲ ਸਾਹਿਬ ਦੀ ਗੱਲ ਦੀ ਪ੍ਰਵਣਤਾ ਦੇ ਵਿੱਚ ਉਹ ਹੀ ਲਾਈਨਾਂ ਮੈਂ ਦੁਹਰਾਉਣ ਲੱਗਾ ਹਾਂ। ਉਦੋਂ ਮੈਂ ਲਾਈਨਾਂ ਇਹ ਕਹੀਆਂ ਸੀ, ਇਨ ਦਾ ਪ੍ਰੈਜ਼ੈਂਸ ਆਫ ਤਾਰਾ ਸਿੰਘ, ਮਾਸਟਰ ਤਾਰਾ ਸਿੰਘ ਭਾਲੋਵਾਲ ਪਿੰਡ ਜਦੋਂ ਕਾਨਫਰੰਸ ਤੇ ਗਿਆ ਸੀ ਤੇ ਉਹਨੇ ਮੈਨੂੰ ਕਿਤਾਬ ਦਿੱਤੀ ਸੀ ਇਨਾਮ ਵੱਲੋਂ, ਤੇਗਾ ਸਿੰਘ, ਉਹ ਮੇਰੇ ਕੋਲ ਆ। ਐਨੀ ਆਉ ਮੈਂ ਲਾਈਨਾਂ ਬੋਲਣ ਲੱਗਾ। ਹਾਂਜੀ। ਜੇਕਰ ਵੀਰ ਸਾਰੇ ਹੋ ਜਾਣ ਇਕੱਠੇ, ਵੀਰ ਦਾ ਮਤਲਬ ਹੈ ਸਾਰੀ ਕੌਮ, ਸਿੱਖ ਕੌਮ, ਸਾਰੇ ਪੰਜਾਬੀ ਹੁਣ ਕਹਿਣ ਡੈ ਪਿਆ ਹੈ ਬਾਦਲ, ਪਰ ਮੈਂ ਸਿੱਖ ਕੌਮ ਹੀ ਕਹਾਂਗਾ। ਜੇਕਰ ਵੀਰ ਸਾਰੇ ਹੋ ਜਾਣ ਇਕੱਠੇ। ਹਾਂਜੀ, ਲੱਗਦਾ ਉਹਨਾਂ ਦੇ ਨਾਲ ਸਾਡਾ ਸੰਪਰਕ ਟੁੱਟ ਗਿਆ ਹੈ। ਹਾਂਜੀ ਪ੍ਰੋਫੈਸਰ ਸਾਹਿਬ। ਹਾਂਜੀ, ਜਿਹੜੀ ਅਸੀਂ ਗੱਲ ਕਰ ਰਹੇ ਸੀਗੇ ਕਿ ਜੋੜ ਮੇਲਿਆਂ ਦੇ ਵੱਖ-ਵੱਖ ਰੂਪ ਨੇ, ਅਸੀਂ ਦੇਖਿਆ ਕਿ ਜਿਹੜੇ ਉੱਥੇ ਨਿਹੰਗ ਸਿੰਘ ਜਥੇਬੰਦੀਆਂ ਦੇ ਉੱਥੇ ਪੜਾਅ ਲੱਗੇ ਹੁੰਦੇ ਆ, ਹਰੇਕ ਜੋੜ ਮੇਲਿਆਂ ਦੇ ਵਿੱਚ ਲਾਉਂਦੇ ਆ, ਵੱਖ-ਵੱਖ ਜਥੇਬੰਦੀਆਂ ਲਾਉਂਦੇ ਆ ਤੇ ਲਾਸਟ ਦੇ ਦਿਨ ਮਹੱਲਾ ਕੱਢਿਆ ਜਾਂਦਾ ਆ। ਹਾਂਜੀ। ਉਹਦੇ ਵਿੱਚ ਕੋਈ ਵੀ ਸੋਗਮਈ ਜਿਹੜਾ ਆ ਉਹ ਦ੍ਰਿਸ਼ ਨਹੀਂ ਹੁੰਦਾ। ਹਾਂਜੀ। ਉਹ ਸਾਰੇ ਭਾਵੇਂ ਉਹ ਘੋੜਿਆਂ ਦੀਆਂ ਦੌੜਾਂ ਕਰਾ ਰਹੇ ਹੋਣ ਜਾਂ ਗੱਤਕਾ ਦੀ ਜਿਹੜੀ ਹੈ ਉਹ ਜਿਹੜਾ ਉਹ ਕਰ ਰਹੇ ਹੋਣ, ਪ੍ਰਦਰਸ਼ਨ ਕਰ ਰਹੇ ਹੋਣ, ਉਹ ਸਾਰੇ ਚੜ੍ਹਦੀ ਕਲਾ ਵਾਲੇ ਹੈ। ਹਾਂਜੀ।
ਤੇ ਇਹਦਾ ਜਿਹੜਾ ਆ ਪੰਥ ਦੇ ਵਿੱਚ ਅਸੀਂ ਦੇਖਿਆ, ਜੇ ਅਸੀਂ ਲੰਗਰਾਂ ਦੀ ਗੱਲ ਕਰੀਏ ਤਾਂ ਉੱਥੇ ਦੇ ਲੰਗਰ ਇਸ ਤਰ੍ਹਾਂ ਦੇ ਹੁੰਦੇ ਆ ਜਿਸ ਤਰ੍ਹਾਂ ਮਤਲਬ ਖੁਸ਼ੀ ਦੇ ਜਿਹੜੇ ਸਾਰੇ ਸਮਾਗਮ ਹੈ ਉਹ ਜਿਸ ਤਰੀਕੇ ਨਾਲ ਕੀਤੇ ਜਾਂਦੇ ਆ। ਇਸ ਕਰਕੇ ਉਹਦੇ ਕਈ ਪੱਖ ਨੇ ਜਿਹੜੇ ਸਮਝੇ ਜਾ ਸਕਦੇ ਆ। ਤੇ ਇਹ ਜਿਹੜੇ ਜੋੜ ਮੇਲੇ ਆ ਇਹਨਾਂ ਨੇ ਵੱਡਾ ਜਿਹੜਾ ਸਾਖੀਆਂ ਦੇ ਰੂਪ ਵਿੱਚ ਉਹ ਢਾਡੀਆਂ ਹੋਣ, ਕਵਿਸ਼ਰੀਆਂ ਹੋਣ, ਉਹਨਾਂ ਦੇ ਰੂਪ ਦੇ ਥਰੂ ਸਾਡੀਆਂ ਪੀੜ੍ਹੀਆਂ ਤੋਂ ਕਈ ਪੀੜ੍ਹੀਆਂ ਤੋਂ ਅੱਗੇ ਤੱਕ ਲੈ ਕੇ ਆਏ ਹੈ। ਤੇ ਪੀੜ੍ਹੀ ਦਰ ਪੀੜ੍ਹੀ ਸਾਡੇ ਕੋਲ ਜਿਹੜਾ ਆ ਉਹ ਅਸੀਂ ਕਹੀਏ ਜਿਹੜਾ ਓਰਲ ਹਿਸਟਰੀ ਦੇ ਵਿੱਚ ਵੀ ਹੁੰਦਾ ਆ ਬਹੁਤ ਕੁਛ, ਉਹ ਵੀ ਜਿਹੜਾ ਅਨਮੋਲ ਖਜ਼ਾਨਾ ਆ ਉਹ ਸਾਡੇ ਤੱਕ ਲੈ ਕੇ ਆਏ ਆ। ਇਹ ਜੋੜ ਮੇਲਿਆਂ ਦੀ ਬਹੁਤ। ਪ੍ਰੋਫੈਸਰ ਸਾਹਿਬ, ਮੈਂ ਤੁਹਾਡੇ ਵਿਚਾਰ ਨੂੰ ਇੱਥੇ ਵਿੱਚ ਰੋਕ ਰਿਹਾ ਕਿ ਜਿਵੇਂ ਇਤਿਹਾਸ ਅਸੀਂ ਲਗਾਤਾਰ ਸਾਲਾਂ ਤੋਂ ਸੁਣਦੇ ਆ ਰਹੇ ਹਾਂ, ਤਾਂ ਲੋਕਾਂ ਦਾ ਵਿੱਚ ਜਿਹੜੀ ਸੰਗਤ ਦਾ ਵਿੱਚ ਇਹ ਵੀ ਵਿਚਾਰ ਹੁੰਦਾ ਹੈ ਕਿ ਜਿਹੜਾ ਇਤਿਹਾਸ ਪੁਰਾਣਾ ਹੈ, ਤੇ ਤੁਸੀਂ ਇਸ ਬਾਰੇ ਜਿਹੜੇ ਆਪਣੇ ਵਿਚਾਰ ਕੀ ਦਿੰਦੇ ਹੋ? ਨਹੀਂ, ਇਤਿਹਾਸ ਤਾਂ ਹਮੇਸ਼ਾ ਉਹ ਬੀਤਿਆ ਹੀ ਹੋਏਗਾ ਨਾ। ਇਤਿਹਾਸ ਤਾਂ ਹੁਣ ਨਵਾਂ ਅਸੀਂ ਉਹਨੂੰ ਨਵੇਂ ਰੂਪ 'ਚ ਉਹਦੀ ਵਿਆਖਿਆ ਕਰ ਸਕਦੇ ਹਾਂ। ਇਤਿਹਾਸ ਤਾਂ ਜਿਹੜੇ ਸਾਖੀਆਂ ਨੇ ਉਹ ਤਾਂ ਉਹੀ ਰਹਿਣੀਆਂ ਨੇ, ਉਹਨਾਂ ਨੂੰ ਨਵੇਂ ਸੰਦਰਭ ਦੇ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਵੀ ਹੈ, ਕਿਉਂਕਿ ਉਹ ਸਮੇਂ ਦੀ ਮੰਗ ਹੁੰਦੀ ਹੈ। ਸਾਡੇ ਜਿਹੜੇ ਧਾਰਮਿਕ ਸਰੋਤ ਗ੍ਰੰਥ ਨੇ ਆਪਣੇ ਗਗਨ ਜੀ, ਉਹ ਤਾਂ ਉਹੀ ਨੇ। ਪੰਥ ਪ੍ਰਾਚੀਨ ਪੰਥ ਪ੍ਰਕਾਸ਼ ਹੈ, ਭਾਈ ਗੁਰਦਾਸ ਦੀਆਂ ਵਾਰਾਂ ਨੇ, ਔਰ ਜਿਹੜਾ ਹੈਗਾ ਗਿਆਨੀ ਗਿਆਨ ਸਿੰਘ ਦਾ ਸੂਰਜ ਪ੍ਰਕਾਸ਼ ਹੈ। ਇਸੇ ਤਰ੍ਹਾਂ ਆਪਣੇ ਪੰਥ ਪ੍ਰਕਾਸ਼ ਹੈ, ਔਰ ਭਾਈ ਸੰਤੋਖ ਸਿੰਘ ਦਾ ਜਿਹੜਾ ਸੂਰਜ ਪ੍ਰਕਾਸ਼ ਹੈ। ਇਹਨਾਂ ਦੇ ਇਹ ਸਾਰੇ ਤੇ ਹੋਰ ਇਸ ਤੋਂ ਇਲਾਵਾ ਸਾਡੀਆਂ ਜਨਮ ਸਾਖੀਆਂ ਹੈਗੀਆਂ ਆ, ਜਾਂ ਹੋਰ ਇਸ ਤਰ੍ਹਾਂ ਦਾ ਜਿਹੜਾ ਆ ਖਾਸ ਕਰਕੇ ਕੇਸਰ ਸਿੰਘ ਛਿੱਬਰ ਦੀਆਂ ਪਰਚੀਆਂ ਨੇ। ਹੋਰ ਬਹੁਤ ਸਾਰੇ ਜਿਹੜੇ ਇਤਿਹਾਸਕ ਸਾਡੇ ਦਸਤਾਵੇਜ਼ ਡਾਕੂਮੈਂਟ ਨੇ ਜਿਨ੍ਹਾਂ ਤੋਂ ਅਸੀਂ ਉਹਨਾਂ ਸਾਰਿਆਂ ਨੂੰ ਇੱਕ ਇਤਿਹਾਸਕ ਸਰੋਤ ਗ੍ਰੰਥਾਂ ਦੇ ਰੂਪ ਵਿੱਚ ਵੇਖਦੇ ਹਾਂ। ਤੇ ਉਹਨਾਂ ਦੇ ਰੂਪ ਤੇ ਉਹ ਤਾਂ ਉਹੀ ਰਹਿਣੇ ਨੇ। ਉਹਨਾਂ ਦੇ ਵਿੱਚੋਂ ਜਿਹੜੀਆਂ ਅਸੀਂ ਚੀਜ਼ਾਂ ਕੱਢਣੀਆਂ ਨੇ, ਜਿਸ ਤਰ੍ਹਾਂ ਅਸੀਂ ਜਿਵੇਂ ਚਮਕੌਰ ਦੀ ਗੱਲ ਕਰੀਏ, ਚਮਕੌਰ ਦੀ ਜੰਗ ਦੀ ਗੱਲ ਕਰੀਏ, ਤਾਂ ਉਹਦੇ ਕੁਝ ਜਿਹੜੇ ਆ ਉਹਦੇ ਜਿਹੜੇ ਕੁਝ ਦ੍ਰਿਸ਼ ਨੇ ਉਹ ਸਾਡੇ ਜਿਹੜਾ ਹਾਲਾਂਕਿ ਪੰਥ ਵਿੱਚ ਉਹਦਾ ਵਿਵਾਦ ਹੈ ਕਾਫੀ, ਜਿਹਨੂੰ ਅਸੀਂ ਦਸਮ ਬਾਣੀ ਦੇ ਨਾਂ ਨਾਲ ਜਾਣਦੇ ਹਾਂ, ਉਸ ਗ੍ਰੰਥ ਦੇ ਵਿੱਚੋਂ ਵੀ ਜਿਹੜੇ ਆ ਇਹ ਹੈਗੇ ਆ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਸਾਡਾ ਇੱਕ ਅਮੁੱਲ ਖਜ਼ਾਨਾ ਹੈਗੀਆਂ ਨੇ। ਭਾਵੇਂ ਉਹਨਾਂ ਨੂੰ ਬਾਣੀ ਦਾ ਰੂਪ ਤਾਂ ਨਹੀਂ ਹੁੰਦਾ ਹੈਗਾ ਆ, ਲੇਕਿਨ ਸਿੱਖ ਸਮਾਜ ਦੇ ਵਿੱਚ ਉਹ ਸਮਝਣ ਵਾਸਤੇ, ਇਤਿਹਾਸ ਨੂੰ ਸਮਝਣ ਵਾਸਤੇ ਉਹਦਾ ਬਹੁਤ ਵੱਡਾ ਰੋਲ ਹੁੰਦਾ ਆ ਸੁਸਾਇਟੀ ਦੇ ਵਿੱਚ। ਤੇ ਜਿਹੜੇ ਇੱਕ ਸਹਾਇਕ ਸਰੋਤ ਗ੍ਰੰਥ ਹੁੰਦੇ ਆ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਲੈ ਸਕਦੇ ਹਾਂ। ਤੇ ਇਤਿਹਾਸ ਹੈ ਜਿਹੜਾ ਉਹ ਤਾਂ ਇੱਕ ਪ੍ਰਯੋਗਸ਼ਾਲਾ ਹੈਗੀ ਆ, ਜਿਹਦੇ ਵਿੱਚ ਸਾਰੇ ਸੁਸਾਇਟੀ ਨੂੰ ਬਹੁਤ ਵੱਡਾ ਮੈਸੇਜ ਮਿਲਦਾ ਆ, ਉਹ ਤੋਂ ਸਿੱਖਿਆ ਮਿਲਦੀ ਹੈ। ਉਹ ਅਸੀਂ ਵੀ ਆਪਣੇ ਜਿਹੜੇ ਜਿਸ ਤਰ੍ਹਾਂ ਬਾਣੀ ਵਿੱਚ ਵੀ ਕਿਹਾ ਹੈਗਾ ਬਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਉਹ ਸਾਡੇ ਇੱਕ ਦੂਜੇ ਤੋਂ ਪੀੜ੍ਹੀਆਂ ਦਰ ਪੀੜ੍ਹੀਆਂ ਚੱਲ ਕੇ ਆਉਂਦੀਆਂ ਆ। ਉਹਨਾਂ ਦੇ ਵਿੱਚੋਂ ਜਿਹੜੀ ਸਿੱਖਿਆ ਮਿਲਦੀ ਆ, ਜਿਹੜਾ ਮੈਸੇਜ ਮਿਲਦਾ ਆ, ਜਿਸ ਤਰ੍ਹਾਂ ਅਸੀਂ ਦੇਖ ਸਕਦੇ ਹਾਂ ਜਿਹੜੇ ਸਾਖੀ ਹੈ, ਜੇ ਅਸੀਂ ਚਮਕੌਰ ਦੀ ਗੱਲ ਕਰਦੇ ਹਾਂ ਤੇ ਜਦ ਸਾਹਿਬਜ਼ਾਦੇ ਆਪਣੇ ਆਪ ਪੇਸ਼ ਕਰਦੇ ਆ ਗੁਰੂ ਸਾਹਿਬ ਜੀ ਦੇ ਅੱਗੇ ਜਾ ਕੇ ਕਿ ਸਾਨੂੰ ਇਹ ਆਗਿਆ ਦਿਓ ਕਿ ਅਸੀਂ ਜਿਹੜਾ ਆ ਉਹ ਜੰਗ ਵਿੱਚ ਜਾਣਾ ਆ, ਤਾਂ ਉਹ ਸਾਖੀਕਾਰ ਕਹਿੰਦੇ ਆ ਕਿ ਗੁਰੂ ਸਾਹਿਬ ਜੀ ਨੇ ਕਿਹਾ ਕਿ ਜੇ ਮੈਨੂੰ ਆਵਾਜ਼ ਮਾਰ ਕੇ ਬੁਲਾਉਣਾ ਪੈਂਦਾ ਤਾਂ ਫਿਰ ਪੰਥ ਵਿੱਚ ਜਦੋਂ ਅੱਗੇ ਲੋੜ ਪੈਣੀ ਸੀ ਸ਼ਹਾਦਤਾਂ ਦੀ ਤਾਂ ਮੈਸੇਜ ਦੇਣ, ਉਹ ਬੇਨਤੀ ਕਰਨੀ ਪੈਣੀ ਸੀਗੀ, ਅਪੀਲਾਂ ਕਰਨੀਆਂ ਪੈਣੀਆਂ। ਪਰੰਤੂ ਉਹ ਆਪਣੇ ਆਪ ਜਦੋਂ ਆਏ ਆ ਤੇ ਉਹਨਾਂ ਨੇ ਕਿਹਾ ਵੀ ਜਦੋਂ ਵੀ ਪੰਥ ਦੇ ਵਿੱਚ ਸੰਕਟ ਹੋਏਗਾ ਤੇ ਜਿਹੜੇ ਪੰਥ ਦੀ ਜਵਾਨੀ ਹੈ, ਪੰਥ ਦੇ ਨੌਜਵਾਨ ਹੈ, ਉਹ ਆਪਣੇ ਆਪ ਹੀ ਪੇਸ਼ ਕਰਿਆ ਕਰਨਗੇ। ਅਸੀਂ ਇਤਿਹਾਸ ਵਿੱਚ 300 ਸਾਲ ਹੋ ਗਏ ਆ, ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ 300 ਸਾਲ ਤੋਂ ਵੱਧ ਸਮਾਂ ਹੋ ਗਿਆ ਆ। ਤੇ ਅਸੀਂ ਦੇਖਿਆ ਕਿ ਜਦੋਂ ਵੀ ਪੰਥ ਦੇ ਉੱਤੇ ਕੋਈ ਸੰਕਟ ਆਉਂਦਾ ਆ ਤੇ ਸ਼ਹਾਦਤਾਂ ਵਾਲੇ ਪਾਸੇ ਕਦੀ ਪੰਥ ਨੇ ਜਿਹੜਾ ਆ ਕੋਈ ਕਮਜ਼ੋਰੀ ਨਹੀਂ ਰੱਖੀ। ਇਹ ਵੀ ਗੱਲ ਸੱਚ ਹੈ ਗਗਨ ਜੀ ਕਿ ਸਾਡੀਆਂ ਸ਼ਹਾਦਤਾਂ ਦਾ ਮੁੱਲ ਸਾਡੀ ਲੀਡਰਸ਼ਿਪ ਦੀ ਨਲਾਇਕੀ ਕਰਕੇ ਨਹੀਂ ਪਿਆ। ਉਹ ਸ਼ਹਾਦਤਾਂ ਨੂੰ ਵੇਚ ਕੇ ਆਪਣੇ ਪਰਿਵਾਰਾਂ ਲਈ, ਆਪਣੇ ਹੋਰ ਜਿਹੜੇ ਲਾਲਚ ਹੈ ਉਹਨਾਂ ਦੀ ਪੂਰਤੀ ਕਰਦੇ ਰਹੇ ਆ। ਇਹਦੇ 'ਚ ਕੋਈ ਦੋ ਰਾਹ ਨਹੀਂ। ਘੱਟੋ ਘੱਟ ਮੈਂ ਕਹਿ ਸਕਾਂ ਪਿਛਲੇ ਜਿਹੜੇ 100 ਸਾਲ ਦੇ ਕਰੀਬ ਤਾਂ ਸਾਡੇ ਨਾਲ ਇਹੀ ਹੋਇਆ ਆ ਕਿ ਜਿਹੜੀਆਂ ਸਾਡੀਆਂ ਸ਼ਹਾਦਤਾਂ ਨੇ ਉਹਨਾਂ ਦਾ ਕੋਈ ਮੁੱਲ ਨਹੀਂ ਪਿਆ। ਸ਼ਹਾਦਤਾਂ ਅਸੀਂ ਹਰੇਕ ਇਤਿਹਾਸ ਦੁਹਰਾਇਆ ਆ। ਅਸੀਂ ਉਹ ਇਤਿਹਾਸ ਜਿਹੜਾ ਲੋਕਾਂ ਦੇ ਵਿੱਚ ਮਿਥਿਹਾਸ ਬਣਦਾ ਜਾ ਰਿਹਾ ਸੀਗਾ। ਜੇਕਰ ਸਾਹਿਬਜ਼ਾਦਿਆਂ ਦਾ
ਇਤਿਹਾਸ ਮੁੜ ਕੇ ਸਿੱਖਾਂ ਵੱਲੋਂ ਗੁਰੂ ਦੇ ਸਿੱਖ ਨਾ ਦੁਹਰਾਉਂਦੇ ਤੇ ਲੋਕਾਂ ਨੇ ਕਹਿਣਾ ਸੀ ਇਹ ਵੀ ਮਿਥਿਹਾਸ ਹੈ, ਜਿਸ ਤਰ੍ਹਾਂ ਹੋਰ ਲੋਕਾਂ ਦੇ ਮਿਥਿਹਾਸਿਕ ਕਹਾਣੀਆਂ ਨੇ ਵੀ ਇਹ ਵੀ ਕਲਪਨਾ ਦੇ ਵਿੱਚ ਉਤਰਿਆ ਹੋਇਆ ਸਾਰਾ ਕੁਝ ਹੈ, ਇਹ ਐਕਚੁਅਲੀ ਵਾਪਰਿਆ ਨਹੀਂ। ਪਰ ਮੈਂ ਗਗਨ ਜੀ ਦੱਸਣਾ ਚਾਹੁੰਦਾ ਜਿਹੜੇ ਸਾਖੀ ਆ ਨਾ ਉਹਦਾ ਅਰਥ ਹੀ ਇਹ ਹੁੰਦਾ ਆ ਕਿ ਕਿਸੇ ਚੀਜ਼ ਦੀ ਗਵਾਹੀ ਦੇਣੀ, ਕਿ ਵਿਟਨੈਸ ਕਰਨਾ ਕਿਸੇ ਨੂੰ। ਸਾਡੇ ਸਾਖੀ ਪਰੰਪਰਾ ਹੈਗੀ ਆ ਜਿਹੜੀ ਉਹ ਵਿਟਨੈਸ ਹੈ। ਉਹ ਵਿਟਨੈਸ ਉਹਦੇ ਵਿੱਚ ਗੁਰੂ ਦਾ ਪਿਆਰ, ਗੁਰੂ ਦਾ ਜਿਹੜਾ ਵਿਸ਼ਵਾਸ ਉਹ ਹਾਵੀ ਹੈ। ਉਹ ਸਿੰਬੋਲਿਕ ਰੂਪ ਵਿੱਚ ਕਈ ਅਰਥ ਵੀ ਮਿਲਦੇ ਹੈ। ਸੋ ਉਹ ਜਿਹੜਾ ਪੱਖ ਹੈ ਸਾਡੇ ਇਤਿਹਾਸ ਦਾ ਸਿੰਬੋਲਿਕ ਤੌਰ ਤੇ ਉਸ ਚੀਜ਼ ਨੂੰ ਦਾ ਵਰਤਿਆ ਜਾਣਾ ਸਾਖੀਆਂ ਦੇ ਵਿੱਚ, ਉਹ ਬੜੀ ਜਿਹੜੀ ਹੈ ਨਾ ਇਸ ਤੁਹਾਡੇ ਗਿਆਨ ਦੀ ਮੰਗ ਕਰਦਾ ਆ। ਉਹਦੇ ਸ਼ਬਦੀ ਅਰਥ ਜਿਵੇਂ ਅਸੀਂ ਕਹੀਏ 1.25 ਲੱਖ ਨਾਲ ਏਕ ਲੜਾਉਣ ਵਾਲੀ ਗੱਲ ਹੈ। ਹੋ ਸਕਦਾ ਕਿ ਉਹ 1.25 ਲੱਖ ਬੰਦਾ ਅੱਗੇ ਲੜਨ ਵਾਲਾ ਨਾ ਹੋਵੇ ਤੇ ਇਹਦਾ ਕੋਈ ਗਿਣਤੀਆਂ ਮਿੱਤੇ ਚੱਕਰ ਨਹੀਂ। ਉਹ ਇਸ ਗੱਲ ਦਾ ਜਿਹੜਾ ਪ੍ਰਤੀਕ ਹੈ ਕਿ ਇੱਕ ਪਾਸੇ ਬਹੁਤ ਥੋੜੀ ਪਾਵਰ ਹੈ ਤੇ ਦੂਜੇ ਪਾਸੇ ਬਹੁਤ ਬੇਅੰਤ ਪਾਵਰ ਹੈ। ਉਹ ਪਾਵਰ ਨੂੰ ਥ੍ਰੈਟ ਆਉਂਦਾ ਹੈਗਾ ਉਹ ਛੋਟੀ ਪਾਵਰ ਵੱਲੋਂ, ਇਹਨੂੰ ਹੀ ਅਸੀਂ ਸਾਖੀਆਂ ਦੇ ਵਿੱਚ ਜਿਹੜਾ ਕਹਿੰਦੇ ਨਾ ਚਿੜੀਆਂ ਤੇ ਬਾਜ ਲੜਾਉਣ ਵਾਲੀ ਗੱਲ ਹੈ, ਉਹ ਇਹੀ ਹੈ। ਚਿੜੀ ਤੇ ਬਾਜ ਦਾ ਕੋਈ ਸੁਮੇਲ ਨਹੀਂ। ਜਾਨਵਰਾਂ ਦੇ ਵਿੱਚ ਚਿੜੀ ਨੂੰ ਸਭ ਤੋਂ ਡਰਪੋਕ ਤੇ ਬੇਆਸਰੀ ਨਿਆਸਰੀ ਦੇ ਰੂਪ ਵਿੱਚ ਚਿਤਰਿਆ ਗਿਆ ਹੈ, ਲੇਕਿਨ ਜਿਹੜਾ ਬਾਜ ਹੈ ਉਹ ਸ਼ਕਤੀ ਦਾ ਪ੍ਰਤੀਕ ਹੈ, ਉਹ ਪਾਵਰ ਦਾ ਪ੍ਰਤੀਕ ਹੈ, ਉਹਦੀ ਬਹੁਤ ਵੱਡੀ ਅਡਾਰੀ ਹੈ ਤੇ ਉਸ ਅਡਾਰੀ ਨੂੰ ਚੈਲੰਜ ਦਿੰਦਾ ਹੈ। ਇਹ ਜਿਹੜੀ ਸਾਖੀਆਂ ਸਾਡੇ ਚੈਲੰਜ ਦਿੰਦੀਆਂ ਕਿ ਜਦੋਂ ਗੁਰੂ ਦੀ ਕਲਾ ਵਰਤਦੀ ਹੈ ਉਹੀ ਚਿੜੀਆਂ ਜਦੋਂ ਖੰਡੇ ਕੀ ਪਹਲ ਦੇ ਧਾਰਨੀ ਬਣ ਜਾਂਦੀਆਂ ਨੇ ਤਾਂ ਉਹ ਫਿਰ ਬਾਜਾਂ ਦੀ ਪਰਵਾਹ ਨਹੀਂ ਕਰਦੀਆਂ, ਬਾਜਾਂ ਨੂੰ ਘਾਇਲ ਕਰ ਸਕਦੀਆਂ ਨੇ, ਬਾਜਾਂ ਦਾ ਰਸਤਾ ਰੋਕ ਸਕਦੀਆਂ ਨੇ। ਇਹਦੇ ਜਿਹੜੇ ਅਰਥ ਨੇ ਉਹ ਸਾਨੂੰ ਇਤਿਹਾਸ ਨੇ ਸਮਝਾਏ ਹੈ। ਨਹੀਂ ਤਾਂ ਕੋਈ ਸਾਡਾ ਮੁਗਲਾਂ ਨਾਲ ਮੁਕਾਬਲਾ ਨਹੀਂ ਸੀ। ਏਡੇ ਵੱਡੇ ਜਿਹੜੇ ਪਠਾਨ ਸੀਗੇ ਜਿਨ੍ਹਾਂ ਦੇ ਕੋਲ ਬਹੁਤ ਤਜਰਬਾ ਸੀ, ਬਹੁਤ ਪੈਸਾ ਸੀ, ਬਹੁਤ ਉਹਨਾਂ ਦਾ ਆਧਾਰ ਸੀਗਾ, ਉਹਨਾਂ ਦੀਆਂ ਕਈ ਖਾਨਦਾਨਾਂ ਨੇ ਰਾਜ ਸਥਾਪਿਤ ਕੀਤਾ ਸੀਗਾ। ਔਰ ਅਸੀਂ ਜਿਹੜਾ ਬੰਦਾ ਬਹਾਦਰ ਦਾ ਰਾਜ ਹੈ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਇੱਕ ਦਹਾਕੇ ਦੇ ਅੰਦਰ ਅੰਦਰ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਸਟੇਟ ਸਿੰਬਲ ਸੀਗਾ ਸਰਹੰਦ ਤੇ ਸਮਾਣਾ, ਜਿੱਥੋਂ ਦੇ ਜਲਾਦ ਸੀ ਗਗਨ ਜੀ, ਉੱਥੋਂ 22 ਪਾਲਕੀਆਂ ਨਿਕਲਦੀਆਂ ਸੀ। 22 ਪਾਲਕੀਆਂ ਦਾ ਮਤਲਬ ਬਹੁਤ ਵੱਡੇ ਰੁਤਬੇ ਵਾਲੇ 22 ਲੋਕ ਇਕੱਲੇ ਸਮਾਣੇ 'ਚ ਰਹਿੰਦੇ ਸੀ। ਉਹਦੀ ਇਤਿਹਾਸ ਤਾਂ ਅੱਜ ਤੱਕ ਕਹਾਵਤ ਹੈ ਪੰਜਾਬ ਦੇ ਵਿੱਚ ਕਿ ਸਰਹੰਦ ਤੇ ਸਮਾਣੇ ਦੀ ਇੱਟ ਨਾਲ ਇੱਟ ਖੜਕਾਤੀ ਬੰਦਾ ਸਿੰਘ ਬਹਾਦਰ ਨੇ, ਉਹਦੇ ਸਿੱਖਾਂ ਨੇ। ਇਹ ਕੋਈ ਛੋਟੀ ਕਲਾ ਸੀਗੀ। ਉਹ ਜਿਹੜੇ ਸਿੱਖ ਸੀਗੇ ਉਹ ਕੋਈ ਟ੍ਰੇਨਡ ਫੌਜ ਨਹੀਂ ਸੀ, ਉਹਨਾਂ ਨੇ ਕਿਤੋਂ ਉਹਨਾਂ ਦਾ ਕੋਈ ਮੇਲ ਹੀ ਨਹੀਂ ਸੀ। ਇੱਕ ਪਾਸੇ ਤਾਂ ਸਟੇਟ ਦੀ ਫੌਜ ਸੀਗੀ ਤੇ ਸਾਡੇ ਜਿਹੜੇ ਸਿੱਖ ਸੀ ਉਹਨਾਂ ਕੋਲ ਕੀ ਸੀ, ਡੰਡੇ ਸੀਗੇ, ਵਰਸ਼ੇ ਸੀਗੇ। ਇਤਿਹਾਸ ਦੇ ਵਿੱਚ ਸੁਣਿਆ ਜਾ ਰਿਹਾ ਕਿ ਉਹ ਅਨਟ੍ਰੇਨਡ ਜਿਹੜੀ ਆ ਉਹ ਸਿੱਖ ਸੀਗੇ ਜਿਹੜੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਸਨ। ਉਹਨਾਂ ਕੋਲ ਦਾਤੀਆਂ ਸਨ, ਕਈਆਂ ਸਨ, ਸਲੋਤਰ ਸਨ, ਡੰਡੇ ਸਨ ਕਿ ਜਿਹੜੇ ਪੂਰਨ ਤੌਰ ਤੇ ਨਹੀਂ। ਪਰ ਇੱਕ ਜਿਹੜੀ ਆ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਅਕਾਲ ਪੁਰਖ ਦੀ ਰਹਿਮਤ ਤੇ ਕਿਰਪਾ ਵਰਸੀ ਹੈ ਜਿਹਦੇ ਕਰਕੇ ਜਿਹੜੀ ਹੈ ਇਹ ਸਰਹੰਦ ਨੂੰ ਜਿਹੜਾ ਤੇ ਸਮਾਣੇ ਨੂੰ ਜਿਹੜਾ ਫਤਿਹ ਕੀਤਾ ਹੈ। ਬਿਲਕੁਲ ਹੀ ਫਤਿਹ ਹੀ ਨਹੀਂ ਕੀਤਾ, ਜਿਹੜਾ ਸਭ ਤੋਂ ਵੱਡਾ ਕਾਰਜ ਕੀਤਾ ਆ। ਜਿਹੜਾ ਜਦੋਂ ਵੀ ਕੋਈ ਦੁਸ਼ਮਣ ਕਿਸੇ ਥਾਂ ਨੂੰ ਜਿੱਤਦਾ ਆ ਉਹ ਸਭ ਤੋਂ ਪਹਿਲਾਂ ਉੱਥੋਂ ਦਾ ਪੈਸਾ ਲੁੱਟਦਾ ਆ, ਦੂਜੇ ਨੰਬਰ ਤੇ ਉੱਥੋਂ ਦਾ ਜਿਹੜੇ ਹਮਾਮ ਹੁੰਦੇ ਆ, ਔਰਤਾਂ ਹੁੰਦੀਆਂ, ਉਹਨਾਂ ਦਾ ਲੁੱਟ ਖੁੱਟ ਹੁੰਦੀ ਹੈ। ਜਿਹੜੇ ਕੀਮਤੀ ਧਾਤਾਂ ਹੁੰਦੀਆਂ ਉਹ ਲੁੱਟੀਆਂ ਜਾਂਦੀਆਂ, ਉਹਨਾਂ ਤੇ ਕਬਜ਼ੇ ਕੀਤੇ ਜਾਂਦੇ ਆ। ਜਦੋਂ ਚੱਪੜ ਚਿੜੀ ਦੇ ਮੈਦਾਨ ਵਿੱਚ ਵਜ਼ੀਰ ਖਾਨ ਨੂੰ ਮਾਰ ਦਿੱਤਾ ਜਾਂਦਾ ਆ ਤੇ ਬੰਦਾ ਬਹਾਦਰ ਸੂਈਆਂ ਤੋਂ ਪੁੱਛਦਾ ਕੀ ਹੈ, ਉਹ ਇਹ ਨਹੀਂ ਪੁੱਛਦਾ ਕਿੱਥੇ ਸਰਹੰਦ ਦਾ ਖਜ਼ਾਨਾ ਪਿਆ ਆ, ਕਿੱਥੇ ਕੀ ਪਿਆ ਆ। ਉਹਦਾ ਪਹਿਲਾ ਸਵਾਲ ਹੈ ਕਿ ਉਹ ਥਾਂ ਕਿਹੜੀ ਹੈ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ। ਉਹਦੇ ਵਾਸਤੇ ਉਹ ਇੰਪੋਰਟੈਂਸ ਬਹੁਤ ਮਹੱਤਵਪੂਰਨ ਹੈ। ਬਿਲਕੁਲ ਜੀ। ਤੇ ਉਹਦੀ ਜਿਹੜਾ ਉਹਦਾ ਵਿਜ਼ਨ ਹੈ ਉਹਨੂੰ ਇਹ ਪਤਾ ਹੈ ਕਿ ਜਿਹੜੀ ਅੱਜ ਸਾਡੀ ਜਿੱਤ ਹੈ ਇਹ ਬਹੁਤੀ ਦੇਰ ਨਹੀਂ ਚੱਲਣੀ। ਜਿਹੜੀ ਗੁਰੂ ਨੇ ਫਤਿਹ ਦਿੱਤੀ ਹੈ ਸਾਨੂੰ, ਇਹਦਾ ਕੋਈ ਬਹੁਤ ਲੰਮਾ ਕਾਲ ਨਹੀਂ ਹੈਗਾ ਤੇ ਇਸ ਕਰਕੇ ਉਹ ਕਿਸੇ ਭੁਲੇਖੇ 'ਚ ਨਹੀਂ ਹੈਗਾ। ਉਹ ਉਹਨਾਂ ਜਿਹੜੀਆਂ ਦੀਵਾਰਾਂ ਨੇ ਉਹਨਾਂ ਨੂੰ ਸੇਫ ਕਰਕੇ ਉਹਨਾਂ ਨੂੰ ਮਿੱਟੀ ਨਾਲ
ਜਿਹੜਾ ਆ ਸੁਰੱਖਿਅਤ ਕਰ ਦਿੰਦੇ ਆ। ਹਾਂਜੀ ਹਾਂਜੀ। ਤੇ ਉਹ ਬਾਕੀ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ। ਜਿੰਨੇ ਵੀ ਉੱਥੋਂ ਦੀ ਲੋਕਾਂ ਦੇ ਵਿੱਚ ਜੋ ਵੀ ਲੁੱਟ ਖੁੱਟ ਹੁੰਦੀ ਆ, ਉੱਥੋਂ ਦਾ ਜੋ ਖਜ਼ਾਨਾ ਆ ਉਹ ਲੋਕਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਆ। ਇਹ ਸਾਰਾ ਕੁਝ ਜਿਹੜਾ ਸਾਡੇ ਇਤਿਹਾਸ ਦਾ ਇੱਕ ਐਵੇਂ ਦਾ ਪੱਖ ਹੈ ਹਾਂਜੀ, ਜਿਹੜਾ ਅਸੀਂ ਸਮਾਜ ਦੇ ਵਿੱਚ ਉਸ ਤਰ੍ਹਾਂ, ਸੋਸਾਇਟੀ ਦੇ ਵਿੱਚ ਉਸ ਤਰ੍ਹਾਂ ਆਪਣੇ ਜਿਹੜੀ ਆਪਣੀ ਸੋਸਾਇਟੀ ਨੂੰ ਵੀ ਚੰਗੀ ਤਰ੍ਹਾਂ ਨਹੀਂ ਸਮਝਾ ਸਕੇ। ਬਾਹਰਲੇ ਲੋਕਾਂ ਨੂੰ ਤਾਂ ਅਸੀਂ ਕੀ ਦੱਸਣਾ ਸੀਗਾ। ਪ੍ਰੋਫੈਸਰ ਸਾਹਿਬ, ਸਾਡੇ ਕੋਲ ਜਿਹੜਾ ਸਮਾਂ ਉਹ ਸੀਮਤ ਹੈ, ਤੇ ਮੈਂ ਜਿਹੜਾ ਅਗਲੀ ਵਿਚਾਰ ਰੱਖਣਾ ਚਾਹੁੰਦਾ ਵਾਂ ਕਿ ਤੁਸੀਂ ਸੰਦੇਸ਼ ਕੀ ਦੇਣਾ ਚਾਹੋਗੇ ਕਿ ਜਿਵੇਂ ਪਿਛਲੇ ਅਸੀਂ ਕਈ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਸਵਾਦੀ ਲੰਗਰ ਲਾਏ ਜਾਂਦੇ ਨੇ, ਇੱਥੋਂ ਤੱਕ ਕਿ ਨਵੀਨਤਾ ਯੁੱਗ ਦੇ ਅਨੁਸਾਰ ਜਿਹੜੇ 버ਗਰ ਵਗੈਰਾ, ਪੀਜ਼ਾ ਵਗੈਰਾ ਦੇ ਲੰਗਰ ਲੱਗਦੇ ਨੇ, ਕਿਉਂਕਿ ਉੱਥੇ ਅਸੀਂ ਸ਼ਹਾਦਤ ਮਨਾਉਣ ਜਾਂਦੇ ਹਾਂ ਤੇ ਨਾ ਕਿ ਕੋਈ ਖੁਸ਼ੀ ਦਾ ਪ੍ਰੋਗਰਾਮ ਹੁੰਦਾ। ਜਲੇਬੀਆਂ ਦਾ ਲੰਗਰ ਹੈ ਤੇ ਉੱਚੀ ਉੱਚੀ ਲਾਊਡ ਸਪੀਕਰ ਵੀ ਲੱਗੇ ਹੁੰਦੇ ਹਨ। ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਉੱਥੇ ਸੇਵਾ ਕਰਨ ਜਾਂਦੇ ਨੇ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਜਾਂਦੇ ਨੇ? ਕਿਉਂਕਿ ਕਈ ਦੇਖਣ ਨੂੰ ਵੀ ਮਿਲਦਾ ਆ ਕਿ ਉੱਥੇ ਬਹੁਤ ਭੜਕੀਲੇ ਵਸਤਰ ਪਾ ਕੇ ਜਾਏ ਜਾਂਦੇ ਨੇ, ਤੇ ਇਹ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਮੁੱਚੀ ਕੌਮ ਨੂੰ? ਗਗਨ ਜੀ, ਸੰਦੇਸ਼ ਕੋਈ ਨਹੀਂ, ਸੰਦੇਸ਼ ਤਾਂ ਬਹੁਤ ਸਾਡੀ ਹਸੀਅਤ ਨਹੀਂ ਕੋਈ ਸੰਦੇਸ਼ ਦੇ ਸਕੀਏ। ਮੈਂ ਤੁਹਾਡੇ ਸਾਹਮਣੇ ਇੱਕ ਅਪੀਲ ਕਰਨਾ ਚਾਹੁੰਦਾ ਕਿ ਮੇਰਾ ਜਿਹੜਾ ਡਾਕਟਰੇਟ ਦਾ ਕੰਮ ਹੈ ਉਹ ਮੈਂ ਜੋੜ ਮੇਲਿਆਂ ਤੇ ਕੀਤਾ ਹੈ। ਇਸ ਕਰਕੇ ਜਦੋਂ ਮੈਂ ਜੋੜ ਮੇਲਿਆਂ ਦੇ ਸਟੱਡੀ ਕਰ ਰਿਹਾ ਸੀਗਾ ਤੇ ਮੇਰੇ ਸਾਹਮਣੇ ਜਿਹੜਾ ਸਭ ਤੋਂ ਵੱਡਾ ਪੱਖ ਇਹ ਆਇਆ ਸੀਗਾ, ਜਿੰਨੇ ਮੈਂ ਜੋੜ ਮੇਲਿਆਂ ਤੇ ਜਿੰਨੇ ਲੋਕ ਉੱਥੇ ਕੰਮ ਕਰ ਰਹੇ ਸੀ ਜਥਿਆਂ ਦੇ ਰੂਪ 'ਚ, ਸੇਵਾਦਾਰਾਂ ਦੇ ਰੂਪ 'ਚ, ਜਦੋਂ ਮੈਂ ਉਹਨਾਂ ਨੂੰ ਇਹ ਪੁੱਛਦਾ ਸੀਗਾ ਕਿ ਇਹ ਸਮਾਗਮ ਕਾਹਦਾ ਰਚਿਆ ਜਾ ਰਿਹਾ ਹੈ, ਕਿਹੜੇ ਸਾਹਿਬਜ਼ਾਦੇ ਸ਼ਹੀਦ ਹੋਏ ਸੀਗੇ, ਤੇ ਬਹੁਤ ਵੱਡੀ ਜਿਹੜੀ ਗਿਣਤੀ ਦੇ ਨੌਜਵਾਨਾਂ ਨੂੰ ਸਾਹਿਬਜ਼ਾਦਿਆਂ ਦੇ ਨਾਮ ਹੀ ਨਹੀਂ ਸੀ ਪਤਾ, ਉਹਨਾਂ ਦੀਆਂ ਸਾਖੀਆਂ ਤੋਂ ਜਾਣੂ ਨਹੀਂ ਸੀਗੇ। ਤੇ ਇਹ ਸਾਰਾ ਕੁਝ ਸਾਡੇ ਸਾਰੇ ਜਿਹੜੇ ਧਰਮ ਦੇ ਵੱਡੇ ਅਸੀਂ ਕਹੀਏ ਸੇਵਾਦਾਰ ਨੇ, ਉਹਨਾਂ ਦਾ ਇਹ ਫਰਜ਼ ਬਣਦਾ ਆ, ਜਿੰਨੇ ਵੱਡੇ ਕਾਰਜ ਕਰਦੇ ਆ, ਕਿ ਉਹਨਾਂ ਦਾ ਜਿਹੜਾ ਸਾਹਿਬਜ਼ਾਦਿਆਂ ਦਾ ਘੱਟੋ ਘੱਟ ਉਹਨਾਂ ਦੀਆਂ ਸਾਖੀਆਂ ਜਿਹੜੀਆਂ ਆ ਉਹ ਜਿਹੜੇ ਉੱਥੇ ਕੰਮ ਕਰਦੇ ਆ ਉਹਨਾਂ ਨੂੰ ਤੇ ਪਤਾ ਹੋਣ। ਜਿਹੜੇ ਉੱਥੇ ਇੱਕ ਹਫਤਾ ਲੰਗਰ ਛਕਾ ਰਹੇ ਆ, ਲੋਕਾਂ ਦੀਆਂ ਹੋਰ ਸੇਵਾਵਾਂ ਕਰ ਰਹੇ ਆ, ਸੇਵਾ ਦੇ ਵਿੱਚ ਇੱਕ ਯੋਗਦਾਨ ਪਾ ਰਿਹਾ, ਵੱਡੀ ਉਹਨਾਂ ਦੀ ਸੇਵਾ ਆ, ਸਾਡਾ ਸਿਰ ਝੁਕਦਾ ਹੈ ਉਹਨਾਂ ਦੀ ਸੇਵਾ ਨੂੰ। ਪਰੰਤੂ ਉਹਦੇ ਨਾਲ ਘੱਟੋ ਘੱਟ ਉਹਨਾਂ ਨੂੰ ਉਹ ਗੁਰੂ ਇਤਿਹਾਸ ਪਤਾ ਹੋਣਾ ਚਾਹੀਦਾ। ਸਾਹਿਬਜ਼ਾਦਿਆਂ ਦਾ ਤਾਂ ਵੈਸੇ ਤਾਂ ਸਾਰਾ ਇਤਿਹਾਸ ਪਤਾ ਹੋਣਾ ਚਾਹੀਦਾ, ਪਰ ਸਾਹਿਬਜ਼ਾਦਿਆਂ ਦਾ ਇਤਿਹਾਸ ਜੇ ਅਸੀਂ ਦੱਸਾਂਗੇ ਤੇ ਉਹ ਜ਼ਿਆਦਾ ਵੱਡੀ ਸੇਵਾ ਹੋਏਗੀ। ਬਾਕੀ ਸਾਰੀਆਂ ਸੇਵਾ ਦਾ ਮੈਂ ਵਿਰੋਧੀ ਨਹੀਂ ਹਾਂ, ਮੈਂ ਸਾਰਿਆਂ ਨੂੰ ਮੁਬਾਰਕ ਕਹਿਣਾ। ਜਿਹੜੇ ਪੀਜੇ ਖਵਾਉਂਦੇ ਮੈਂ ਉਹਨਾਂ ਨੂੰ ਮੁਬਾਰਕ ਕਹਿਣਾ, ਜਿਹੜੇ ਉੱਥੇ ਹੋਰ 36 ਪ੍ਰਕਾਰ ਦੇ ਪਕਵਾਨ ਲਾਉਂਦੇ ਆ, ਉਹਨਾਂ ਦੀ ਸ਼ਰਧਾ ਆ, ਉਹਨਾਂ ਦੇ ਅੱਗੇ ਮੇਰਾ ਸਿਰ ਝੁਕਦਾ ਆ। ਪਰ ਜਿਹੜਾ ਆ ਸ਼ਬਦ ਗੁਰੂ ਆ, ਜਿਹੜਾ ਅਸੀਂ ਸ਼ਬਦ ਗੁਰੂ ਨੂੰ ਮੰਨਣ ਵਾਲੇ ਲੋਕ ਹਾਂ, ਸਾਡਾ ਜਿਹੜਾ ਗੁਰੂ ਗਿਆਨ ਰੂਪ ਹੈ, ਤੇ ਸਾਡੇ ਇਤਿਹਾਸ ਦਾ ਗਿਆਨ ਸਾਡੇ ਲੋਕਾਂ ਨੂੰ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਆਉਣ ਵਾਲੀਆਂ ਪੀੜ੍ਹੀਆਂ, ਸਾਡੇ ਨੌਜਵਾਨਾਂ ਦੇ ਵਿੱਚ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੀਆਂ ਸਾਖੀਆਂ ਜਿਹੜੀਆਂ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਨੂੰ ਤੱਕ ਪਹੁੰਚਣੀਆਂ ਚਾਹੀਦੀਆਂ ਨੇ। ਉਹਦਾ ਕੋਈ ਸਰੂਪ ਡਿਜੀਟਲ ਹੋਵੇ, ਲਿਖਤੀ ਹੋਵੇ, ਜਾਂ ਉਹ ਆਡੀਓ ਦੇ ਰੂਪ 'ਚ ਹੋਵੇ, ਜਿਸ ਤਰ੍ਹਾਂ ਵੀ ਮਰਜ਼ੀ ਹੋਵੇ, ਹਰੇਕ ਟੂਲ ਦੀ ਵਰਤੋਂ ਕਰਕੇ ਸਾਨੂੰ ਉਹ ਜਿਹੜਾ ਸਾਡਾ ਅਮੀਰ ਇਤਿਹਾਸ ਹੈ ਉਹ ਤੱਕ ਪਹੁੰਚਣਾ ਚਾਹੀਦਾ ਹੈ। ਮੇਰੀ ਤਾਂ ਇੰਨੀ ਕੁ ਬੇਨਤੀ ਹੈ। ਹਾਂਜੀ, ਜਿਵੇਂ ਅਸੀਂ ਦੱਸ ਦਈਏ ਕਿ ਸਰਹੰਦ ਦੀ ਦੀਵਾਰ ਦੇ ਨਾਲ ਸੰਬੰਧਿਤ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਜਿਹੜੇ ਸ਼ਹੀਦੀ ਪੰਦਰਵਾੜਿਆਂ ਦੀ ਆਰੰਭਤਾ ਹੋ ਚੁੱਕੀ ਹੈ, ਤੇ ਉਸ ਦੇ ਵਿੱਚ ਗੁਰਮਤਿ ਸਮਾਗਮ ਵੀ ਆਰੰਭ ਹੋ ਗਏ ਹਨ, ਜਿਨ੍ਹਾਂ ਦਾ ਸਿੱਧਾ ਪ੍ਰਸਾਰਣ ਤੁਸੀਂ ਇਸੇ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਸਰਵਣ ਵੀ ਕਰਦੇ ਹੋ ਜਾਂ ਤੁਸੀਂ ਸਰਵਣ ਕਰ ਸਕਦੇ ਹੋ। ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਸ਼ਹੀਦੀ ਪੰਦਰਵਾੜੇ ਮਨਾਉਣ ਦਾ ਸਾਡਾ ਜਿਹੜਾ ਮੇਨ ਮਨੋਰਥ ਹੈ, ਇਹ ਆਪਣੇ ਮਨੁੱਖੀ ਜੀਵਨ ਨੂੰ ਸਫਲਾ ਕਰਨ ਦਾ ਹੈ। ਕਿਉਂ ਪ੍ਰੋਫੈਸਰ ਸਾਹਿਬ, ਬਿਲਕੁਲ ਸਹੀ ਹੈ ਨਾ ਜੀ? ਕਿ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਇਸ ਪੰਦਰਵਾੜਿਆਂ ਦੇ ਇਤਿਹਾਸਾਂ ਨੂੰ ਸੁਣਾਂਗੇ, ਅਸੀਂ ਗੁਰਬਾਣੀ ਸਿਰਫ ਪੜ੍ਹਨ ਤੱਕ ਸੀਮਤ ਹੀ ਨਹੀਂ, ਅਸੀਂ ਗੁਰਬਾਣੀ ਨੂੰ ਸੁਣਨਾ ਵੀ ਹੈ ਤੇ ਸੁਣ ਕੇ ਆਪਣੇ ਆਪ ਦੇ ਅੰਦਰ ਜਿਹੜਾ ਆ ਉਹਨੂੰ ਅਮਲੀ ਜਾਮਾ ਰੂਪ ਵੀ ਪਹਿਨਾਉਣਾ ਆ। ਕਿਉਂਕਿ ਸਾਨੂੰ ਜਿਹੜਾ ਇਹ ਮਨੁੱਖੀ ਜੀਵਨ ਕਾਫੀ ਲੰਬੇ ਸਮੇਂ ਤੋਂ ਬਾਅਦ ਮਿਲਿਆ ਆ,
कि बहुत जन्म विछरे थे माधो ये जन्म तुम्हारे लेखे लेखे किदां लगेगा कि असी गुरु इतिहास नूं नहीं सुनिया, गुरु दियां वारां नूं नहीं सुनिया, गुरु दी जिहड़ी आ गुरमत नूं नहीं असी जिहड़ा फॉलो कीता। ते इस दे बारे तुसी प्रोफैसर साहब अपने जिहड़े संखेप च शब्दां दे विच विचार साझे कर दो कि इस शहीदी जोड़ियां दे जिहड़े आ पंदरवाड़े मनाए जांदे ने जां बाबा जोरावर सिंह, बाबा फतेह सिंह, बाबा अजीत सिंह, बाबा जुझार सिंह जी दे जीवन नूं समर्पित ते एक किस तरह जिहड़ा अपने जीवन नूं जिहड़ा आ ओह लेखे विच ला सकन। गगन जी कोई वक्री विचारधारा ते साहिबजादियां दी है नहीं सी। हाँ जी, उन्हां दी शहादत गुरु ग्रंथ साहिब जी दे विच जिहड़े सिद्धांत ने उन्हां दी पहरेदारी ते होई है। हाँ जी, हाँ जी। ते असीं जदों गुरु ग्रंथ साहिब जी दे लड़ लग के गुरबाणी दे लड़ लगांगे, शब्द गुरु दे लड़ लगांगे ਤਾਂ ਉਹ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ। ਠੀਕ ਹੈ ਜੀ, ਠੀਕ ਹੈ ਤੇ ਸਾਨੂੰ ਉਹਦੇ ਵਿੱਚ ਹੀ ਜਾਣਾ ਚਾਹੀਦਾ ਆ। ਗੁਰੂ ਗ੍ਰੰਥ ਔਰ ਗੁਰੂ ਪੰਥ ਦੇ ਲੜ ਲਾ ਕੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ। ਠੀਕ ਹੈ, ਇਹੀ ਸੱਚੀ ਸ਼ਰਧਾਂਜਲੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਖੁਸ਼ਹਾਲ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੇ ਨਾਲ ਵਡਮੁੱਲੀਆਂ ਵਿਚਾਰਾਂ ਕੀਤੀਆਂ ਨੇ। ਅਸੀਂ ਇੱਕ ਵਾਰ ਫੇਰ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਸਮੁੱਚੀ ਚਮਕੌਰ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਅਰਪਿਤ ਕਰਦੇ ਹਾਂ ਅਤੇ ਹਮੇਸ਼ਾ ਆਪਣੀ ਕੌਮ ਦੇ ਲਈ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ ਦੀ ਅਸੀਂ ਇਹੀ ਅਰਦਾਸ ਕਰਦੇ ਹਾਂ। ਹੁਣ ਸਾਡੇ ਸ਼ੋਅ ਦਾ ਜਿਹੜਾ ਸਮਾਂ ਸਮਾਪਤ ਹੋ ਚੁੱਕਿਆ ਹੈ। ਇੱਕ ਨਵੇਂ ਵਿਚਾਰ ਦੇ ਨਾਲ, ਨਵੇਂ ਮਸਲਿਆਂ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਉਦੋਂ ਤੱਕ ਪ੍ਰੋਫੈਸਰ ਖੁਸ਼ਹਾਲ ਸਿੰਘ ਜੀ ਤੇ ਗਗਨਦੀਪ ਸਿੰਘ ਅਨੰਦਪੁਰੀ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।